ਹੈਲੋ ਦੋਸਤੋ, ਤੁਹਾਡਾ ਸਵਾਗਤ ਹੈ ਪੰਜਾਬੀ ਲਿਸਨਰ ਦੇ ਵਿੱਚ। ਆਪਾਂ ਕਿਤਾਬ ਸ਼ੁਰੂ ਕੀਤੀ ਹੈ ਵੱਡੀ ਸੋਚ ਦਾ ਵੱਡਾ ਜਾਦੂ, ਅਤੇ ਅੱਜ ਉਸ ਕਿਤਾਬ ਦਾ ਆਪਾਂ ਪਹਿਲਾ ਅਧਿਆਇ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ ਅਤੇ ਤੁਸੀਂ ਹੋ ਜਾਓਗੇ। ਦੋਸਤੋ, ਸਫਲਤਾ ਮਤਲਬ ਬਹੁਤ ਅਦਭੁਤ ਅਤੇ ਚੰਗੀਆਂ ਚੀਜ਼ਾਂ। ਸਫਲਤਾ ਦਾ ਮਤਲਬ ਹੈ ਅਮੀਰੀ, ਸ਼ਾਨਦਾਰ ਘਰ, ਮਜ਼ੇਦਾਰ ਛੁੱਟੀਆਂ, ਯਾਤਰਾਵਾਂ, ਨਵੀਆਂ ਚੀਜ਼ਾਂ, ਆਰਥਿਕ ਸੁਰੱਖਿਆ, ਆਪਣੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਸ਼ਹਾਲੀ ਦੇਣਾ। ਸਫਲਤਾ ਦਾ ਮਤਲਬ ਹੈ ਪ੍ਰਸ਼ੰਸਾ ਦੇ ਪਾਤਰ ਬਣਨਾ, ਲੀਡਰ ਬਣਨਾ, ਆਪਣੇ ਬਿਜ਼ਨਸ ਤੇ ਸਮਾਜਿਕ ਜੀਵਨ ਵਿੱਚ ਸਨਮਾਨ ਪਾਉਣਾ। ਸਫਲਤਾ ਦਾ ਮਤਲਬ ਹੈ ਆਜ਼ਾਦੀ, ਚਿੰਤਾਵਾਂ, ਡਰ, ਕੁੰਠਾਵਾਂ ਅਤੇ ਅਸਫਲਤਾ ਤੋਂ ਆਜ਼ਾਦੀ। ਸਫਲਤਾ ਦਾ ਮਤਲਬ ਹੈ ਸਵੈਮਾਨ, ਜ਼ਿੰਦਗੀ ਦਾ ਅਸਲੀ ਸੁੱਖ ਅਤੇ ਜੀਵਨ ਵਿੱਚ ਸੰਤੁਸ਼ਟੀ। ਜਿਹੜੇ ਲੋਕ ਤੁਹਾਡੇ ਆਸਰੇ ਹਨ ਉਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਕਰਨ ਦੀ ਸਮਰੱਥਾ। ਸਫਲਤਾ ਦਾ ਮਤਲਬ ਹੈ ਜਿੱਤਣਾ। ਸਫਲਤਾ ਉਪਲਬਧੀ ਮਨੁੱਖੀ ਜੀਵਨ ਦਾ ਨਿਸ਼ਾਨਾ ਹੁੰਦਾ ਹੈ। ਹਰ ਇਨਸਾਨ ਸਫਲ ਹੋਣਾ ਚਾਹੁੰਦਾ ਹੈ। ਹਰ ਇਨਸਾਨ ਇਹ ਚਾਹੁੰਦਾ ਹੈ ਕਿ ਉਸ ਨੂੰ ਜ਼ਿੰਦਗੀ ਦਾ ਹਰ ਸੁੱਖ ਮਿਲੇ। ਕੋਈ ਵੀ ਘਸੜ ਕੇ ਆਮ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ। ਕੋਈ ਵੀ ਸੈਕੰਡ ਕਲਾਸ ਵਿੱਚ ਦਿਖਣਾ ਨਹੀਂ ਚਾਹੁੰਦਾ ਜਾਂ ਇਸ ਤਰ੍ਹਾਂ ਦਾ ਕੋਈ ਵੀ ਜੀਵਨ ਨਹੀਂ ਗੁਜ਼ਾਰਨਾ ਚਾਹੁੰਦਾ। ਸਫਲ ਜੀਵਨ ਦਾ ਵਿਵਹਾਰਕ ਰਾਹ ਸਾਨੂੰ ਬਾਈਬਲ ਦੀ ਉਸ ਪੰਕਤੀ ਵਿੱਚ ਵਿਖਾਇਆ ਗਿਆ ਹੈ, ਜਿਸ ਦੇ ਅਨੁਸਾਰ ਸ਼ਰਧਾ ਨਾਲ ਪਹਾੜ ਹਿਲਾਏ ਜਾ ਸਕਦੇ ਹਨ। ਵਿਸ਼ਵਾਸ ਕਰੋ, ਸੱਚਮੁੱਚ ਵਿਸ਼ਵਾਸ ਕਰੋ ਕਿ ਤੁਸੀਂ ਪਹਾੜ ਵੀ ਹਿਲਾ ਸਕਦੇ ਹੋ ਅਤੇ ਤੁਸੀਂ ਵਾਕਈ ਇਸ ਤਰ੍ਹਾਂ ਕਰ ਸਕਦੇ ਹੋ। ਜ਼ਿਆਦਾਤਰ ਲੋਕਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਉਹ ਪਹਾੜ ਹਿਲਾਉਣ ਦੀ ਸਮਰੱਥਾ ਪਾ ਸਕਦੇ ਹਨ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਕਦੇ ਕਰ ਹੀ ਨਹੀਂ ਪਾਉਂਦੇ। ਕਿਸੇ ਮੌਕੇ 'ਤੇ ਤੁਸੀਂ ਸ਼ਾਇਦ ਕਿਸੇ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ, ਇਹ ਸੋਚਣਾ ਬਕਵਾਸ ਹੈ ਕਿ ਤੁਸੀਂ ਕਿਸੇ ਪਹਾੜ ਨੂੰ ਇਹ ਕਹਿ ਕੇ ਹਿਲਾ ਸਕਦੇ ਹੋ, ਪਹਾੜ ਮੇਰੇ ਰਾਹ ਤੋਂ ਹਟ ਜਾਓ, ਇਹ ਨਾਮੁਮਕਿਨ ਹੈ। ਹੁਣ ਜਿਹੜੇ ਲੋਕ ਇਸ ਤਰ੍ਹਾਂ ਦੀ ਸੋਚ ਸੋਚਦੇ ਹਨ, ਉਹਨਾਂ ਨੇ ਆਸਥਾ ਅਤੇ ਇੱਛਾ ਦੇ ਵਿਚਕਾਰ ਦੇ ਫਰਕ ਨੂੰ ਭਲੀ ਭਾਂਤੀ ਨਹੀਂ ਸਮਝਿਆ। ਇਹ ਸੱਚ ਹੈ ਕਿ ਕੇਵਲ ਇੱਛਾ ਕਰਨ ਨਾਲ ਹੀ ਤੁਸੀਂ ਪਹਾੜ ਨਹੀਂ ਹਟਾ ਸਕਦੇ। ਸਿਰਫ ਇੱਛਾ ਕਰਨ ਨਾਲ ਤੁਸੀਂ ਐਗਜ਼ੀਕਿਊਟਿਵ ਨਹੀਂ ਬਣ ਜਾਂਦੇ। ਕੇਵਲ ਇੱਛਾ ਕਰਨ ਨਾਲ ਹੀ ਤੁਸੀਂ 5 ਬੈੱਡਰੂਮ 3 ਬਾਥਰੂਮ ਇਸ ਤਰ੍ਹਾਂ ਦੇ ਘਰ ਦੇ ਮਾਲਕ ਨਹੀਂ ਬਣ ਜਾਂਦੇ, ਜਾਂ ਕਿਸੇ ਵੀ ਤਰ੍ਹਾਂ ਤੁਸੀਂ ਅਮੀਰ ਨਹੀਂ ਬਣ ਜਾਂਦੇ। ਕੇਵਲ ਇੱਛਾ ਕਰਨ ਦੇ ਨਾਲ ਹੀ ਤੁਸੀਂ ਲੀਡਰ ਨਹੀਂ ਬਣ ਜਾਂਦੇ। ਇਹ ਸਭ ਸੱਚ ਹੈ, ਪਰ ਜੇਕਰ ਤੁਹਾਨੂੰ ਕੌਨਫੀਡੈਂਸ ਹੈ ਕਿ ਤੁਸੀਂ ਪਹਾੜ ਹਿਲਾ ਸਕਦੇ ਹੋ ਤਾਂ ਤੁਸੀਂ ਹਿਲਾ ਸਕਦੇ ਹੋ। ਜੇਕਰ ਤੁਹਾਨੂੰ ਆਪਣੀ ਸਫਲਤਾ 'ਤੇ ਭਰੋਸਾ ਹੈ ਅਤੇ ਇਸ ਭਰੋਸੇ ਦੇ ਸਹਾਰੇ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ, ਤੁਸੀਂ ਦੁਨੀਆ ਜਿੱਤ ਸਕਦੇ ਹੋ। ਨਿਸ਼ਚੇ ਜਾਂ ਵਿਸ਼ਵਾਸ ਦੀ ਸ਼ਕਤੀ ਦੇ ਬਾਰੇ ਕੁਝ ਵੀ ਜਾਦੂਈ ਜਾਂ ਰਹੱਸਮਈ ਨਹੀਂ ਹੈ। ਭਰੋਸਾ ਇਸ ਤਰ੍ਹਾਂ ਕੰਮ ਕਰਦਾ ਹੈ। ਮੈਨੂੰ ਭਰੋਸਾ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ। ਇਸ ਤਰ੍ਹਾਂ ਦਾ ਐਟੀਟਿਊਡ ਸਾਨੂੰ ਉਹ ਸ਼ਕਤੀ, ਯੋਗਤਾ ਅਤੇ ਐਨਰਜੀ ਦਿੰਦਾ ਹੈ ਜਿਸ ਦੇ ਸਹਾਰੇ ਅਸੀਂ ਉਹ ਹਰ ਤਰ੍ਹਾਂ ਦਾ ਕੰਮ ਕਰ ਪਾਉਂਦੇ ਹਾਂ। ਜਦ ਤੁਹਾਨੂੰ ਯਕੀਨ ਹੁੰਦਾ ਹੈ ਕਿ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ ਕਿ ਇਹ ਕਿਵੇਂ ਕੀਤਾ ਜਾਂਦਾ ਹੈ। ਰੋਜ਼ਾਨਾ ਦੇਸ਼ ਭਰ ਵਿੱਚ ਨੌਜਵਾਨ ਨਵੀਆਂ ਨੌਕਰੀਆਂ ਸ਼ੁਰੂ ਕਰ ਰਹੇ ਹਨ। ਇਹ ਸਾਰੇ ਨੌਜਵਾਨ ਚਾਹੁੰਦੇ ਹਨ ਕਿ ਕਿਸੇ ਦਿਨ ਸਫਲਤਾ ਦੇ ਸਿਖਰਾਂ 'ਤੇ ਉਹ ਪਹੁੰਚਣ ਵਿੱਚ ਸਫਲ ਹੋ ਜਾਣ, ਪਰ ਇਹਨਾਂ ਵਿੱਚੋਂ ਜ਼ਿਆਦਾ ਲੋਕਾਂ ਨੂੰ ਇਹ ਭਰੋਸਾ ਹੀ ਨਹੀਂ ਹੁੰਦਾ ਕਿ ਉਹ ਕਦੇ ਸਿਖਰ 'ਤੇ ਪੁੱਜਣਗੇ, ਅਤੇ ਇਸੇ ਕਰਕੇ ਉਹ ਸਿਖਰ 'ਤੇ ਨਹੀਂ ਪੁੱਜ ਪਾਉਂਦੇ। ਤੁਸੀਂ ਇਹ ਮੰਨ ਲਓ ਕਿ ਸਿਖਰ 'ਤੇ ਪੁੱਜਣਾ ਅਸੰਭਵ ਹੈ, ਤਾਂ ਤੁਸੀਂ ਉਹਨਾਂ ਪੌੜੀਆਂ ਨੂੰ ਲੱਭ ਹੀ ਨਹੀਂ ਸਕੋਗੇ ਜਿਨ੍ਹਾਂ ਦੇ ਸਹਾਰੇ ਤੁਸੀਂ ਸਿਖਰ 'ਤੇ ਪਹੁੰਚ ਸਕਦੇ ਹੋ। ਇਹੋ ਜਿਹੇ ਲੋਕ ਸਾਰੀ ਜ਼ਿੰਦਗੀ ਆਮ ਬੰਦਿਆਂ ਦੀ ਤਰ੍ਹਾਂ ਹੀ ਵਿਵਹਾਰ ਕਰਦੇ ਰਹਿੰਦੇ ਹਨ, ਪਰ ਇਹਨਾਂ ਕੁਝ ਲੋਕਾਂ ਵਿੱਚ ਉਹ ਨੌਜਵਾਨ ਵੀ ਹੁੰਦੇ ਹਨ ਜਿਹੜੇ ਇਹ ਸੋਚਦੇ ਹਨ ਕਿ ਅਸੀਂ ਸਫਲ ਹੋ ਕੇ ਹੀ ਦਿਖਾਉਣਾ ਹੈ। ਉਹ ਆਪਣੇ ਕੰਮ ਦੇ ਪ੍ਰਤੀ ਮੈਂ ਸਿਖਰ 'ਤੇ ਪੁੱਜ ਕੇ ਦਿਖਾਵਾਂਗਾ ਵਾਲਾ ਰਵੱਈਆ ਰੱਖਦੇ ਹਨ, ਕਿਉਂਕਿ ਉਹਨਾਂ ਵਿੱਚ ਭਰਪੂਰ ਵਿਸ਼ਵਾਸ ਹੁੰਦਾ ਹੈ। ਇਸ ਲਈ ਉਹ ਸਿਖਰ 'ਤੇ ਪਹੁੰਚ ਜਾਂਦੇ ਹਨ, ਇਹ ਜਾਣਦੇ ਹੋਏ ਕਿ ਉਹ ਵੀ ਸਫਲ ਹੋ ਸਕਦੇ ਹਨ ਅਤੇ ਇਹ ਅਸੰਭਵ ਵੀ ਨਹੀਂ ਹੈ। ਇਹ ਲੋਕ ਆਪਣੇ ਸੀਨੀਅਰ ਐਗਜ਼ੈਕਟਿਵ ਦੇ ਵਰਤਾਓ ਨੂੰ ਗੌਰ ਨਾਲ ਦੇਖਦੇ ਹਨ। ਉਹ ਸਿੱਖਦੇ ਹਨ ਕਿ ਸਫਲ ਲੋਕ ਕਿਸ ਤਰ੍ਹਾਂ ਉਲਝਣਾਂ ਨੂੰ ਸੁਲਝਾਉਂਦੇ ਹਨ ਅਤੇ ਫੈਸਲੇ ਲੈਂਦੇ ਹਨ। ਉਹ ਸਫਲ ਲੋਕਾਂ ਦੀ ਮਨੋਬਿਰਤੀ ਨੂੰ ਧਿਆਨ ਨਾਲ ਵੇਖਦੇ ਹਨ।
ਜਿਸ ਮਨੁੱਖ ਨੂੰ ਭਰੋਸਾ ਹੁੰਦਾ ਹੈ ਕਿ ਉਹ ਕੰਮ ਕਰ ਲਵੇਗਾ, ਉਸ ਨੂੰ ਹਮੇਸ਼ਾ ਉਸ ਕੰਮ ਕਰਨ ਦਾ ਤਰੀਕਾ ਲੱਭ ਜਾਂਦਾ ਹੈ। ਮੇਰੀ ਇੱਕ ਵਾਕਫ ਔਰਤ ਨੇ 2 ਸਾਲ ਪਹਿਲਾਂ ਹੀ ਇਹ ਫੈਸਲਾ ਕੀਤਾ ਕਿ ਉਹ ਮੋਬਾਈਲ ਹੋਮ ਵੇਚਣ ਦੀ ਸੇਲਜ਼ ਏਜੰਸੀ ਬਣਾਏਗੀ। ਉਹਨਾਂ ਨੂੰ ਕਈ ਲੋਕਾਂ ਨੇ ਇਹ ਸਲਾਹ ਦਿੱਤੀ ਕਿ ਉਹ ਇਹ ਕੰਮ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਇਵੇਂ ਕਰ ਹੀ ਨਹੀਂ ਸਕੀ। ਉਹਨਾਂ ਵਿੱਚ ਕਈ ਲੋਕ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਉਸ ਔਰਤ ਨੂੰ ਇਹ ਸਲਾਹ ਦਿੱਤੀ ਕਿ ਉਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਇਹ ਕੰਮ ਕਰ ਹੀ ਨਹੀਂ ਸਕਦੀ ਸੀ, ਕਿਉਂਕਿ ਉਸ ਔਰਤ ਦੇ ਕੋਲੇ ਸਿਰਫ ਤੇ ਸਿਰਫ $30,000 ਸਨ ਅਤੇ ਇਸ ਕੰਮ ਨੂੰ ਸ਼ੁਰੂ ਕਰਨ ਲਈ ਇਸ ਤੋਂ ਕਿਤੇ ਜ਼ਿਆਦਾ ਵੱਧ ਪੂੰਜੀ ਦੀ ਲੋੜ ਸੀ। ਉਸ ਨੂੰ ਸਮਝਾਇਆ ਗਿਆ ਕਿ ਇਸ ਵਿੱਚ ਮੁਕਾਬਲਾ ਬਹੁਤ ਹੈ ਅਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਮੋਬਾਈਲ ਹੋਮ ਵੇਚਣ ਵਾਲਾ ਕੋਈ ਤਜਰਬਾ ਵੀ ਨਹੀਂ ਹੈ, ਤੁਹਾਨੂੰ ਬਿਜ਼ਨਸ ਚਲਾਉਣ ਦਾ ਕੋਈ ਐਕਸਪੀਰੀਅੰਸ ਵੀ ਨਹੀਂ ਹੈ। ਪਰ ਇਸ ਜਵਾਨ ਔਰਤ ਨੂੰ ਆਪਣੀ ਯੋਗਤਾ ਅਤੇ ਭਰੋਸਾ ਸੀ। ਉਸ ਨੂੰ ਭਰੋਸਾ ਸੀ ਕਿ ਉਹ ਸਫਲ ਹੋਵੇਗੀ। ਉਹ ਮੰਨਦੀ ਸੀ ਕਿ ਠੀਕ ਆ, ਉਹਦੇ ਕੋਲ ਪੂੰਜੀ ਨਹੀਂ ਹੈ, ਸੱਚੀ ਬਿਜ਼ਨਸ ਵਿੱਚ ਉਸ ਦਾ ਕੋਈ ਸਖਤ ਮੁਕਾਬਲਾ ਬਹੁਤ ਸੀ ਅਤੇ ਉਹਦੇ ਕੋਲ ਐਕਸਪੀਰੀਅੰਸ ਦੀ ਵੀ ਘਾਟ ਸੀ। ਪਰ ਉਸਨੇ ਕਿਹਾ, ਮੈਨੂੰ ਇਹ ਸਪਸ਼ਟ ਦਿਸ ਰਿਹਾ ਹੈ ਕਿ ਮੋਬਾਈਲ ਹੋਮ ਇੰਡਸਟਰੀ ਬੜੀ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਇਸ ਤੋਂ ਇਲਾਵਾ ਮੈਂ ਆਪਣੇ ਬਿਜ਼ਨਸ ਵਿੱਚ ਹੋਣ ਵਾਲੇ ਮੁਕਾਬਲੇ ਦਾ ਅਧਿਐਨ ਕਰ ਲਿਆ ਹੈ। ਮੈਂ ਜਾਣਦੀ ਹਾਂ ਕਿ ਮੈਂ ਇਸ ਬਿਜ਼ਨਸ ਨੂੰ ਇਸ ਸ਼ਹਿਰ ਵਿੱਚ ਸਭ ਤੋਂ ਵਧੀਆ ਢੰਗ ਨਾਲ ਕਰ ਸਕਦੀ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਕੋਲੋਂ ਥੋੜ੍ਹੀਆਂ ਬਹੁਤੀਆਂ ਗਲਤੀਆਂ ਤਾਂ ਹੋਣਗੀਆਂ, ਪਰ ਮੈਂ ਸਿਖਰ 'ਤੇ ਤੇਜ਼ੀ ਨਾਲ ਪੁੱਜਣਾ ਚਾਹੁੰਦੀ ਹਾਂ। ਅਤੇ ਉਹ ਪਹੁੰਚ ਗਈ। ਉਸ ਨੂੰ ਪੂੰਜੀ ਜੁਟਾਉਣ ਵਿੱਚ ਕੋਈ ਖਾਸ ਸਮੱਸਿਆ ਵੀ ਨਹੀਂ ਆਈ। ਇਸ ਬਿਜ਼ਨਸ ਵਿੱਚ ਸਫਲ ਹੋਣ ਦੇ ਉਸ ਦੇ ਦ੍ਰਿੜ ਵਿਸ਼ਵਾਸ ਨੂੰ ਵੇਖ ਕੇ 2 ਨਿਵੇਸ਼ਕਾਂ ਨੇ ਉਸ ਦੇ ਕਾਰੋਬਾਰ ਵਿੱਚ ਨਿਵੇਸ਼ ਕਰਨ ਦਾ ਖਤਰਾ ਮੋਲ ਲਿਆ ਅਤੇ ਦ੍ਰਿੜ ਨਿਸ਼ਚੇ ਦੇ ਸਹਾਰੇ ਉਸਨੇ ਅਸੰਭਵ ਨੂੰ ਸੰਭਵ ਕਰਕੇ ਦਿਖਾਇਆ। ਉਸਨੇ ਬਗੈਰ ਇੱਕ ਪੈਸੇ ਵੀ ਦਿੱਤੇ ਇੱਕ ਟ੍ਰੇਲਰ ਬਣਾਉਣ ਵਾਲੇ ਤੋਂ ਮਾਲ ਐਡਵਾਂਸ ਵਿੱਚ ਲੈ ਲਿਆ। ਪਿਛਲੇ ਸਾਲ ਉਸਨੇ $10 ਲੱਖ ਤੋਂ ਵੱਧ ਕੀਮਤ ਦੇ ਟ੍ਰੇਲਰ ਵੇਚੇ। ਅਗਲੇ ਸਾਲ ਉਸ ਦਾ ਕਹਿਣਾ ਹੈ, ਮੈਨੂੰ ਆਸ ਹੈ ਕਿ ਉਹ $20 ਲੱਖ ਦਾ ਅੰਕੜਾ ਆਸਾਨੀ ਨਾਲ ਪਾਸ ਕਰ ਲਵੇਗੀ। ਵਿਸ਼ਵਾਸ, ਦ੍ਰਿੜ ਵਿਸ਼ਵਾਸ ਦਿਮਾਗ ਨੂੰ ਪ੍ਰੇਰਿਤ ਕਰਦਾ ਹੈ ਅਤੇ ਉਹ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੇ ਢੰਗ, ਸਾਧਨ ਅਤੇ ਉਪਾਅ ਲੱਭਦਾ ਹੈ। ਜੇਕਰ ਤੁਹਾਨੂੰ ਭਰੋਸਾ ਹੈ ਕਿ ਤੁਸੀਂ ਸਫਲ ਹੋ ਜਾਵੋਗੇ ਤਾਂ ਇਸ ਨਾਲ ਦੂਜੇ ਵੀ ਤੁਹਾਡੇ 'ਤੇ ਭਰੋਸਾ ਕਰਨ ਲੱਗ ਜਾਂਦੇ ਹਨ। ਜ਼ਿਆਦਾਤਰ ਲੋਕ ਵਿਸ਼ਵਾਸ ਦੀ ਤਾਕਤ 'ਤੇ ਭਰੋਸਾ ਨਹੀਂ ਕਰਦੇ, ਪਰ ਕਾਫੀ ਲੋਕ ਕਰਦੇ ਹਨ, ਜਿਵੇਂ ਕਿ ਅਮਰੀਕਾ ਦੇ ਸਕਸੈਸਫੁਲ ਵਿਲੇ ਵਿੱਚ ਰਹਿਣ ਵਾਲੇ ਕੁਝ ਨਾਗਰਿਕ। ਕੁਝ ਹਫ਼ਤੇ ਪਹਿਲਾਂ ਮੇਰੇ ਇੱਕ ਦੋਸਤ ਨੇ, ਜਿਹੜਾ ਹਾਈਵੇ ਡਿਪਾਰਟਮੈਂਟ ਵਿੱਚ ਇੱਕ ਆਫਿਸਰ ਹੈ, ਉਸਨੇ ਮੈਨੂੰ ਪਹਾੜ ਹਿਲਾਉਣ ਵਾਲਾ ਅਨੁਭਵ ਦੱਸਿਆ। ਪਿਛਲੇ ਮਹੀਨੇ ਮੇਰੇ ਦੋਸਤ ਨੇ ਮੈਨੂੰ ਦੱਸਿਆ, ਸਾਡੇ ਡਿਪਾਰਟਮੈਂਟ ਨੇ ਕਈ ਇੰਜੀਨੀਅਰਿੰਗ ਕੰਪਨੀ ਨੂੰ ਟੈਂਡਰ ਨੋਟਿਸ ਦਿੱਤੇ। ਸਾਨੂੰ ਆਪਣਾ ਹਾਈਵੇ ਬਣਾਉਣ ਲਈ ਕਿਸੇ ਫਰਮ ਕੋਲੋਂ 8 ਪੁਲਾਂ ਦੇ ਡਿਜ਼ਾਈਨ ਬਣਵਾਉਣੇ ਸਨ। ਪੁਲਾਂ ਦੀ ਲਾਗਤ $5 ਲੱਖ ਸੀ। ਜਿਸ ਵੀ ਇੰਜੀਨੀਅਰ ਫਰਮ ਨੂੰ ਚੁਣਿਆ ਜਾਂਦਾ, ਉਸ ਨੂੰ ਡਿਜ਼ਾਈਨਿੰਗ ਦੇ ਕੰਮ ਲਈ 4% ਦਾ ਕਮਿਸ਼ਨ ਦਿੱਤਾ ਜਾਣਾ ਲਗਭਗ ਤੈਅ ਸੀ। ਮਤਲਬ ਸੀ ਕਿ ਘੱਟੋ ਘੱਟ $20,000 ਤਾਂ ਇੱਕ ਪਾਸੋਂ ਆ ਹੀ ਸਕਦੇ ਸਨ। ਮੈਂ ਇਸ ਬਾਰੇ 21 ਡਿਜ਼ਾਈਨਿੰਗ ਫਰਮਾਂ ਦੇ ਨਾਲ ਗੱਲ ਕੀਤੀ। ਸਭ ਤੋਂ ਵੱਡੀਆਂ 4 ਕੰਪਨੀਆਂ ਨੇ ਤਾਂ ਤੁਰੰਤ ਹੀ ਪ੍ਰਸਤਾਵ ਭੇਜ ਦਿੱਤੇ। ਬਾਕੀ ਦੀਆਂ 17 ਕੰਪਨੀਆਂ ਛੋਟੀਆਂ ਸਨ, ਜਿਨ੍ਹਾਂ ਵਿੱਚੋਂ 3 ਤੋਂ 7 ਇੰਜੀਨੀਅਰ ਹੀ ਸਨ। ਪ੍ਰੋਜੈਕਟ ਸੀ ਐਡਾ ਵੱਡਾ ਸੀ ਕਿ ਇਹਨਾਂ ਵਿੱਚੋਂ 16 ਤਾਂ ਇਸ ਦੇ ਆਕਾਰ ਨੂੰ ਵੇਖ ਕੇ ਹੀ ਘਬਰਾ ਗਈਆਂ। ਉਹਨਾਂ ਨੇ ਇੰਨੇ ਵੱਡੇ ਪ੍ਰੋਜੈਕਟ ਨੂੰ ਦੇਖਿਆ, ਆਪਣੇ ਸਿਰ ਨੂੰ ਹਿਲਾਇਆ ਅਤੇ ਇਸ ਤਰ੍ਹਾਂ ਹੀ ਗੱਲਾਂ ਕਹੀਆਂ, ਸਾਡੇ ਲਈ ਤਾਂ ਭਾਈ ਬਹੁਤ ਵੱਡਾ ਪ੍ਰੋਜੈਕਟ ਹੈ, ਕਾਸ਼ ਅਸੀਂ ਇਸ ਨੂੰ ਕਰ ਪਾਉਂਦੇ, ਪਰ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਹੀ ਨਹੀਂ ਹੈ। ਪਰ ਇਹਨਾਂ ਵਿੱਚ ਇੱਕ ਛੋਟੀ ਫਰਮ ਨੇ ਜਿਸ ਕੋਲੋਂ ਕੇਵਲ 3 ਇੰਜੀਨੀਅਰ ਸਨ। ਪ੍ਰੋਜੈਕਟ ਦਾ ਅਧਿਐਨ ਕੀਤਾ ਅਤੇ ਕਿਹਾ, ਅਸੀਂ ਇਸ ਨੂੰ ਕਰ ਸਕਦੇ ਹਾਂ, ਅਸੀਂ ਇੱਕ ਪ੍ਰਸਤਾਵ ਦਾ ਭੇਜ ਹੀ ਦਿੰਦੇ ਹਾਂ। ਉਹਨਾਂ ਨੇ ਪ੍ਰਸਤਾਵ ਭਿਜਵਾਇਆ ਅਤੇ ਇਹ ਕੰਮ ਉਹਨਾਂ ਨੂੰ ਮਿਲ ਗਿਆ। ਜਿਨ੍ਹਾਂ ਨੂੰ ਭਰੋਸਾ ਹੁੰਦਾ ਹੈ ਕਿ ਉਹ ਪਹਾੜ ਹਿਲਾ ਸਕਦੇ ਹਨ, ਉਹ ਇਸ ਤਰ੍ਹਾਂ ਹੀ ਕਰਦੇ ਹਨ। ਜਿਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਉਹ ਪਹਾੜ ਨਹੀਂ ਹਿਲਾ ਸਕਦੇ, ਉਹ ਇਸ ਤਰ੍ਹਾਂ ਨਹੀਂ ਕਰ ਪਾਉਂਦੇ। ਵਿਸ਼ਵਾਸ ਕਰਨ ਨਾਲ ਹੀ ਇਸ ਤਰ੍ਹਾਂ ਕਰਨ ਦੀ ਸ਼ਕਤੀ ਮਿਲਦੀ ਹੈ। ਦਰਅਸਲ ਅੱਜ ਕੱਲ੍ਹ ਦੇ ਦੌਰ ਵਿੱਚ ਵਿਸ਼ਵਾਸ ਦੇ ਭਰੋਸੇ 'ਤੇ ਪਹਾੜ ਹਿਲਾਉਣ ਤੋਂ ਵੀ ਜ਼ਿਆਦਾ ਵੱਡੀਆਂ ਚੀਜ਼ਾਂ ਕਰਨਾ ਨਾਮੁਮਕਿਨ ਨਹੀਂ ਹਨ, ਪੋਸੀਬਲ ਹੈ। ਅਜੋਕੇ ਪੁਲਾੜ ਪ੍ਰੋਗਰਾਮ ਦਾ ਬੁਨਿਆਦੀ ਅਸੂਲ ਇਹ ਹੈ ਕਿ ਪੁਲਾੜ ਨੂੰ ਜਿੱਤਿਆ ਜਾ ਸਕਦਾ ਹੈ,
ਸਪੇਸ ਨੂੰ ਜਿੱਤਿਆ ਜਾ ਸਕਦਾ ਹੈ। ਮਨੁੱਖ ਸਪੇਸ ਵਿੱਚ ਯਾਤਰਾ ਕਰ ਸਕਦਾ ਹੈ। ਉਸ ਵਿੱਚ ਦ੍ਰਿੜ ਵਿਸ਼ਵਾਸ ਤੋਂ ਬਿਨਾਂ ਸਾਡੇ ਵਿਗਿਆਨਕਾਂ ਵਿੱਚ ਉਹ ਹਿੰਮਤ, ਉਤਸ਼ਾਹ ਅਤੇ ਰੁਚੀ ਪੈਦਾ ਹੀ ਨਹੀਂ ਹੋ ਸਕਦੀ ਜਿਸ ਤੋਂ ਉਹਨਾਂ ਨੇ ਅੱਗੇ ਵਧਣ ਦਾ ਹੌਸਲਾ ਪ੍ਰਾਪਤ ਕੀਤਾ। ਇਹ ਭਰੋਸਾ ਕਿ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ ਸਾਨੂੰ ਇਸ ਗੱਲ ਲਈ ਪ੍ਰੇਰਿਤ ਕਰਦਾ ਹੈ ਕਿ ਅਸੀਂ ਇਸ ਦੇ ਇਲਾਜ ਨੂੰ ਲੱਭੀਏ ਅਤੇ ਅਖੀਰ ਇਹੋ ਜਿਹਾ ਇਲਾਜ ਲੱਭ ਹੀ ਲਵਾਂਗੇ। ਹੁਣ ਇਹ ਚਰਚਾ ਚੱਲ ਰਹੀ ਹੈ ਕਿ ਇੰਗਲਿਸ਼ ਚੈਨਲ ਦੇ ਹੇਠਾਂ ਇੱਕ ਸੁਰੰਗ ਬਣਾਈ ਜਾਵੇ ਅਤੇ ਇੰਗਲੈਂਡ ਨੂੰ ਯੂਰਪ ਮਹਾਂਦੀਪ ਨਾਲ ਜੋੜ ਦਿੱਤਾ ਜਾਵੇ। ਇਹ ਸੁਰੰਗ ਬਣ ਪਾਵੇਗੀ ਜਾਂ ਨਹੀਂ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਬਣਾਉਣ ਵਾਲੇ ਲੋਕ ਇਸ ਤਰ੍ਹਾਂ ਕਰ ਪਾਉਣ ਦਾ ਭਰੋਸਾ ਹੈ ਕਿ ਨਹੀਂ। ਅਟੱਲ ਭਰੋਸਾ ਹੀ ਉਹ ਸ਼ਕਤੀ ਹੈ ਜੋ ਮਹਾਨ ਪੁਸਤਕਾਂ, ਨਾਟਕਾਂ ਅਤੇ ਵਿਗਿਆਨਕ ਖੋਜਾਂ ਦੇ ਪਿੱਛੇ ਹੁੰਦੀ ਹੈ। ਸਫਲਤਾ ਵਿੱਚ ਵਿਸ਼ਵਾਸ ਹੀ ਹਰ ਸਫਲ ਬਿਜ਼ਨਸ, ਚਰਚ ਅਤੇ ਰਾਜਨੀਤਿਕ ਸੰਗਠਨਾਂ ਦੇ ਪਿੱਛੇ ਹੁੰਦਾ ਹੈ। ਸਫਲਤਾ ਵਿੱਚ ਵਿਸ਼ਵਾਸ ਹੀ ਉਹ ਬੁਨਿਆਦੀ ਜ਼ਰੂਰੀ ਤੱਤ ਹੈ ਜੋ ਹਰ ਸਫਲ ਆਦਮੀ ਵਿੱਚ ਪਾਇਆ ਜਾਂਦਾ ਹੈ। ਵਿਸ਼ਵਾਸ ਕਰੋ, ਸੱਚਮੁੱਚ ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ ਅਤੇ ਤੁਸੀਂ ਹੋ ਜਾਓਗੇ। ਕਈ ਸਾਲ ਤੱਕ ਮੈਂ ਇਹੋ ਜਿਹੇ ਲੋਕਾਂ ਨਾਲ ਗੱਲ ਕੀਤੀ ਹੈ ਜਿਹੜੇ ਆਪਣੇ ਬਿਜ਼ਨਸ ਜਾਂ ਦੂਜੇ ਕਰੀਅਰ ਵਿੱਚ ਅਸਫਲ ਹੋ ਗਏ ਸਨ। ਮੈਂ ਅਸਫਲਤਾ ਦੇ ਲਈ ਕਈ ਬਹਾਨੇ ਜਾਂ ਕਾਰਨ ਤਾਂ ਬਹੁਤ ਸੁਣੇ ਸਨ। ਅਸਫਲਤਾ ਬਾਬਤ ਹੋਈ ਚਰਚਾ ਤੋਂ ਸਾਨੂੰ ਇਹ ਮਹੱਤਵਪੂਰਨ ਜਾਣਕਾਰੀ ਮਿਲੀ। ਅਸਫਲ ਵਿਅਕਤੀ ਕੋਲੋਂ ਇਹ ਗੱਲ ਜ਼ਰੂਰ ਸੁਣਨ ਵਿੱਚ ਆਈ ਹੈ, ਸੱਚ ਕਹਾਂ ਤਾਂ ਮੈਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਅਸੀਂ ਸਫਲ ਹੋ ਪਾਵਾਂਗੇ। ਜਾਂ ਉਹ ਇਹ ਕਹਿੰਦਾ ਹੈ, ਮੈਂ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਉਸ ਤੋਂ ਪਹਿਲਾਂ ਹੀ ਮੈਨੂੰ ਇਸ ਦੀ ਸਫਲਤਾ 'ਤੇ ਸ਼ੱਕ ਹੋ ਰਿਹਾ ਸੀ। ਜਾਂ ਦਰਅਸਲ ਜਦ ਇਹ ਅਸਫਲ ਹੋਇਆ ਤਾਂ ਮੈਨੂੰ ਜ਼ਰਾ ਵੀ ਹੈਰਾਨੀ ਨਹੀਂ ਹੋਈ। ਓਕੇ, ਮੈਂ ਕੋਸ਼ਿਸ਼ ਕਰਕੇ ਵੇਖਦਾ ਹਾਂ ਪਰ ਮੈਨੂੰ ਨਹੀਂ ਜਾਪਦਾ ਕਿ ਇਹ ਸਫਲ ਹੋਵਾਂਗਾ। ਇਸ ਤਰ੍ਹਾਂ ਦੇ ਐਟੀਟਿਊਡ ਦੇ ਕਰਕੇ ਆਦਮੀ ਫੇਲ ਹੋ ਜਾਂਦਾ ਹੈ। ਡੂ ਨਾਟ ਟਰਸਟ। ਅਵਿਸ਼ਵਾਸ ਨਕਾਰਾਤਮਕ ਸ਼ਕਤੀ ਹੈ। ਜਦ ਦਿਮਾਗ ਕਿਸੇ ਗੱਲ 'ਤੇ ਅਵਿਸ਼ਵਾਸ ਜਾਂ ਸ਼ੱਕ ਕਰਦਾ ਹੈ ਤਾਂ ਦਿਮਾਗ ਇਹੋ ਜਿਹੇ ਕਾਰਨ ਲੱਭ ਲੈਂਦਾ ਹੈ ਜਿਸ ਨਾਲ ਉਸ ਅਵਿਸ਼ਵਾਸ ਨੂੰ ਤਾਕਤ ਮਿਲੇ। ਜ਼ਿਆਦਾਤਰ ਫੇਲੂਅਰ ਲਈ ਜ਼ਿੰਮੇਵਾਰ ਕੀ ਹਨ? ਡਾਊਟ, ਅਵਿਸ਼ਵਾਸ, ਫੇਲਰ ਹੋਣ ਦੀ ਅਵਚੇਤਨ ਇੱਛਾ, ਸਫਲ ਹੋਣ ਲਈ ਸੱਚੀ ਇੱਛਾ ਦਾ ਨਾ ਹੋਣਾ। ਸ਼ੱਕ ਕਰੋ ਅਤੇ ਅਸਫਲ ਹੋ ਜਾਓ। ਜਿੱਤ ਬਾਰੇ ਸੋਚੋ ਅਤੇ ਸਫਲ ਹੋ ਜਾਓ। ਇੱਕ ਨੌਜਵਾਨ ਕਹਾਣੀਕਾਰ ਆਪਣੀਆਂ ਲੇਖਕ ਸੰਬੰਧੀ ਉੱਚ ਅਭਿਲਾਸ਼ਾਵਾਂ ਨੂੰ ਲੈ ਕੇ ਹੁਣੇ ਹੀ ਮੈਨੂੰ ਮਿਲੀ। ਉਸ ਨਾਲ ਚਰਚਾ ਉਸ ਖੇਤਰ ਦੇ ਇੱਕ ਮਹਾਨ ਲਿਖਾਰੀ ਹੋਣ ਬਾਰੇ ਹੋਣ ਲੱਗੀ। ਉਸਨੇ ਕਿਹਾ, ਜਨਾਬ ਐਕਸ ਇੱਕ ਵਿਲੱਖਣ ਖਿਡਾਰੀ ਹਨ ਪਰ ਮੈਂ ਉਹਨਾਂ ਜਿੰਨੀ ਸਫਲ ਨਹੀਂ ਹੋ ਸਕਦੀ। ਉਸ ਦੇ ਰਵੱਈਏ ਨਾਲ ਮੈਨੂੰ ਨਿਰਾਸ਼ਾ ਹੋਈ ਕਿਉਂਕਿ ਮੈਂ ਉਸ ਜਨਾਬ ਐਕਸ ਨੂੰ ਜਾਣਦਾ ਹਾਂ। ਉਹਨਾਂ ਵਿੱਚ ਨਾ ਤਾਂ ਕੋਈ ਵਿਲੱਖਣ ਬੁੱਧੀ ਹੈ, ਨਾ ਹੀ ਵਿਲੱਖਣ ਪ੍ਰੇਰਣਾ ਹੈ ਔਰ ਨਾ ਹੀ ਹੋਰ ਕਿਸੇ ਵੀ ਗੱਲ ਵਿੱਚ ਉਹ ਸੁਪਰ ਹਨ। ਉਹਨਾਂ ਵਿੱਚ ਕੇਵਲ ਇੱਕ ਹੀ ਗੱਲ ਵਿਲੱਖਣ ਹੈ ਕਿ ਉਹ ਹੈ ਉਸ ਦਾ ਵਿਲੱਖਣ ਦਾ ਆਤਮ ਵਿਸ਼ਵਾਸ। ਉਹਨਾਂ ਨੂੰ ਦ੍ਰਿੜ ਵਿਸ਼ਵਾਸ ਹੈ ਕਿ ਉਹ ਸਭ ਤੋਂ ਵਧੀਆ ਲਿਖਾਰੀ ਹਨ, ਇਸੇ ਲਈ ਉਹ ਸਭ ਤੋਂ ਵਧੀਆ ਲਿਖਦੇ ਹਨ। ਲੀਡਰ ਦਾ ਸਨਮਾਨ ਕਰਨਾ ਚੰਗੀ ਭਲੀ ਗੱਲ ਹੈ। ਉਹਨਾਂ ਤੋਂ ਸਿੱਖੋ, ਉਹਨਾਂ ਨੂੰ ਧਿਆਨ ਨਾਲ ਦੇਖੋ, ਉਹਨਾਂ ਦਾ ਅਧਿਐਨ ਕਰੋ ਪਰ ਉਹਨਾਂ ਦੀ ਪੂਜਾ ਨਾ ਕਰੋ। ਇਹ ਭਰੋਸਾ ਰੱਖੋ ਕਿ ਤੁਸੀਂ ਉਹਨਾਂ ਤੋਂ ਅੱਗੇ ਨਿਕਲ ਸਕਦੇ ਹੋ। ਇਹ ਭਰੋਸਾ ਰੱਖੋ ਕਿ ਤੁਸੀਂ ਉਹਨਾਂ ਤੋਂ ਉੱਪਰ ਜਾ ਸਕਦੇ ਹੋ। ਜਿਨ੍ਹਾਂ ਲੋਕਾਂ ਦਾ ਰਵੱਈਆ ਸੈਕੰਡ ਕਲਾਸ ਵਿੱਚ ਹੁੰਦਾ ਹੈ ਉਹ ਸੈਕੰਡ ਕਲਾਸ ਹੀ ਕੰਮ ਕਰ ਪਾਉਂਦੇ ਨੇ। ਇਸ ਨੂੰ ਇਸ ਤਰ੍ਹਾਂ ਵੇਖੋ, ਵਿਸ਼ਵਾਸ ਹੀ ਉਹ ਥਰਮੋਸਟੈਟ ਹੈ ਜੋ ਸਾਡੀ ਉਪਲਬਧੀਆਂ ਨੂੰ ਨਿਯਮਿਤ ਕਰਦਾ ਹੈ। ਉਸ ਬੰਦੇ ਦਾ ਅਧਿਐਨ ਕਰੋ ਜੋ ਔਸਤ ਜ਼ਿੰਦਗੀ ਦੇ ਜਾਲ ਵਿੱਚ ਉਲਝਿਆ ਹੋਇਆ ਹੈ। ਉਸ ਨੂੰ ਭਰੋਸਾ ਹੁੰਦਾ ਹੈ ਕਿ ਉਹ ਨਾਕਾਬਲ ਹੋ ਸਕਦਾ ਹੈ, ਇਸ ਲਈ ਉਸ ਨੂੰ ਨਾਕਾਬਲ ਸਮਝਿਆ ਜਾਂਦਾ ਹੈ। ਉਹ ਮੰਨਦਾ ਹੈ ਕਿ ਉਹ ਵੱਡੇ ਕੰਮ ਨਹੀਂ ਕਰ ਸਕਦਾ, ਇਸੇ ਕਰਕੇ ਉਹ ਕਰ ਨਹੀਂ ਪਾਉਂਦਾ। ਉਹ ਮੰਨਦਾ ਹੈ ਕਿ ਉਹ ਮਹੱਤਵਪੂਰਨ ਨਹੀਂ ਹੈ, ਇਸ ਲਈ ਉਹ ਜੋ ਕੁਝ ਕਰਦਾ ਹੈ ਉਹ ਕੰਮ ਮਹੱਤਵਹੀਣ ਬਣ ਜਾਂਦਾ ਹੈ। ਸਮੇਂ ਦੇ ਨਾਲ ਨਾਲ ਉਸ ਦੀਆਂ ਗੱਲਾਂ, ਢਾਲ, ਚਾਲ ਅਤੇ ਕੰਮਾਂ ਵਿੱਚ ਆਤਮ ਵਿਸ਼ਵਾਸ ਦੀ ਕਮੀ ਸਾਫ਼ ਦਿਖਣ ਲੱਗ ਜਾਂਦੀ ਹੈ। ਜਦੋਂ ਤੱਕ ਉਹ ਆਪਣੇ ਥਰਮੋਸਟੈਟ ਨੂੰ ਫਿਰ ਤੋਂ ਸੰਤੁਲਿਤ ਨਹੀਂ ਕਰ ਲੈਂਦਾ ਤਦ ਤੱਕ ਉਹ ਸੁੰਗੜਦਾ ਰਹੇਗਾ, ਬੌਣਾ ਹੁੰਦਾ ਰਹੇਗਾ ਅਤੇ ਆਪਣੀ ਨਜ਼ਰ ਵਿੱਚ ਬੌਣਾ ਹੀ ਬਣ ਜਾਵੇਗਾ। ਕਿਉਂਕਿ ਦੂਜੇ ਸਾਡੇ ਵਿੱਚ ਉਹੀ ਕੁਝ ਦੇਖਦੇ ਹਨ ਜਿਹੜਾ ਅਸੀਂ ਆਪਣੇ ਆਪ ਵਿੱਚ ਦੇਖਦੇ ਹਾਂ।
ਇਸ ਲਈ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਛੋਟਾ ਹੋ ਜਾਂਦਾ ਹੈ। ਦੂਜੇ ਪਾਸੇ ਹੁਣ ਉਸ ਬੰਦੇ ਵੱਲ ਵੇਖੋ ਜਿਹੜਾ ਕਿ ਅੱਗੇ ਵਧ ਰਿਹਾ ਹੈ। ਉਸ ਨੂੰ ਭਰੋਸਾ ਹੈ ਕਿ ਉਹ ਲਾਇਕ ਹੈ ਅਤੇ ਇਸ ਲਈ ਬਾਕੀ ਲੋਕ ਵੀ ਉਸ ਨੂੰ ਲਾਇਕ ਸਮਝਦੇ ਹਨ। ਉਸ ਨੂੰ ਵਿਸ਼ਵਾਸ ਹੈ ਕਿ ਉਹ ਵੱਡੇ ਕਠਿਨ ਕੰਮ ਕਰ ਸਕਦਾ ਹੈ, ਇਸ ਲਈ ਉਹ ਇਹਨਾਂ ਨੂੰ ਕਰ ਲੈਂਦਾ ਹੈ। ਉਹ ਜੋ ਕੁਝ ਵੀ ਕਰਦਾ ਹੈ, ਜਿਸ ਤਰ੍ਹਾਂ ਵੀ ਉਹ ਲੋਕਾਂ ਨਾਲ ਗੱਲਾਂ ਕਰਦਾ ਹੈ, ਉਸ ਦਾ ਚਰਿੱਤਰ, ਉਸ ਦਾ ਵਿਚਾਰ, ਉਸ ਦਾ ਦ੍ਰਿਸ਼ਟੀਕੋਣ, ਸਾਰੀਆਂ ਗੱਲਾਂ 'ਚੋਂ ਇਹ ਝਲਕਦਾ ਹੈ ਕਿ ਇਹ ਵਿਅਕਤੀ ਇੱਕ ਪ੍ਰੋਫੈਸ਼ਨਲ ਹੈ, ਇਹ ਇੱਕ ਮਹੱਤਵਪੂਰਨ ਵਿਅਕਤੀ ਹੈ। ਕੋਈ ਵੀ ਬੰਦਾ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹੇ ਉਸਦੇ ਵਿਚਾਰ ਹੁੰਦੇ ਹਨ। ਵੱਡੀਆਂ ਗੱਲਾਂ 'ਤੇ ਯਕੀਨ ਕਰੋ, ਆਪਣੇ ਥਰਮੋਸਟੈਟ ਨੂੰ ਅੱਗੇ ਵੱਲ ਸੈੱਟ ਕਰੋ। ਆਪਣੀ ਸਫਲਤਾ ਦੀ ਮੁਹਿੰਮ ਦੀ ਸ਼ੁਰੂਆਤ ਇਸ ਸੱਚੇ ਸੰਜੀਦਾ ਵਿਸ਼ਵਾਸ ਨਾਲ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ। ਜੇਕਰ ਤੁਹਾਨੂੰ ਭਰੋਸਾ ਹੈ ਕਿ ਤੁਸੀਂ ਮਹਾਨ ਬਣ ਸਕਦੇ ਹੋ ਤਾਂ ਸੱਚਮੁੱਚ ਹੀ ਤੁਸੀਂ ਮਹਾਨ ਬਣ ਜਾਵੋਗੇ। ਕਈ ਸਾਲ ਪਹਿਲਾਂ ਮੈਂ ਡੈਟਰਾਇਟ ਵਿੱਚ ਇੱਕ ਵਪਾਰੀਆਂ ਦੇ ਸਮੂਹ ਨੂੰ ਸੰਬੋਧਿਤ ਕਰ ਰਿਹਾ ਸੀ। ਚਰਚਾ ਤੋਂ ਬਾਅਦ ਇੱਕ ਆਦਮੀ ਮੇਰੇ ਕੋਲ ਆਇਆ। ਉਸਨੇ ਆਪਣੀ ਜਾਣ ਪਛਾਣ ਕਰਾਉਣ ਤੋਂ ਬਾਅਦ ਮੈਨੂੰ ਕਿਹਾ, ਮੈਨੂੰ ਤੁਹਾਡੀਆਂ ਗੱਲਾਂ ਪਸੰਦ ਆਈਆਂ। ਕੀ ਤੁਸੀਂ ਮੈਨੂੰ ਆਪਣਾ ਕੁਝ ਟਾਈਮ ਦੇ ਸਕਦੇ ਹੋ? ਮੈਂ ਤੁਹਾਡੇ ਨਾਲ ਆਪਣੇ ਨਿੱਜੀ ਅਨੁਭਵਾਂ ਦੇ ਵਿਚਾਰਾਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ। ਕੁਝ ਹੀ ਸਮਾਂ ਬਾਅਦ ਅਸੀਂ ਇੱਕ ਰੈਸਟੋਰੈਂਟ ਵਿੱਚ ਬੈਠੇ ਹੋਏ ਸੀ। ਮੇਰਾ ਇੱਕ ਨਿੱਜੀ ਅਨੁਭਵ ਹੈ, ਉਸਨੇ ਸ਼ੁਰੂ ਕੀਤਾ, ਜਿਹੜਾ ਤੁਹਾਡੀ ਇਸ ਸ਼ਾਮ ਦੀ ਚਰਚਾ ਨਾਲ ਸੰਬੰਧਿਤ ਹੈ, ਜਿਸ ਵਿੱਚ ਤੁਸੀਂ ਕਿਹਾ ਸੀ ਕਿ ਕਿਵੇਂ ਤੁਸੀਂ ਆਪਣੇ ਦਿਮਾਗ ਨੂੰ ਆਪਣਾ ਸਹਿਯੋਗੀ ਬਣਾ ਸਕਦੇ ਹੋ, ਨਾ ਕਿ ਆਪਣਾ ਵਿਰੋਧੀ। ਮੈਂ ਅੱਜ ਤੱਕ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੈਂ ਆਪਣੇ ਆਪ ਨੂੰ ਕਿਵੇਂ ਹੋਰ ਔਸਤ ਲੋਕਾਂ ਦੀ ਦੁਨੀਆ 'ਚੋਂ ਉੱਚਾ ਉਠਾਇਆ ਹੈ, ਪਰ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰ ਚਾਹਾਂਗਾ। ਓਕੇ, ਮੈਨੂੰ ਵੀ ਸੁਣਨ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਮੈਂ ਹਾਸੇ ਨਾਲ ਕਿਹਾ, ਪਰ ਉਸਨੇ ਆਪਣਾ ਕਹਿਣਾ ਬਹਿਣਾ ਕੰਟੀਨਿਊ ਰੱਖਿਆ। ਅੱਜ ਤੋਂ 5 ਸਾਲ ਪਹਿਲਾਂ ਮੈਂ ਵੀ ਹੋਰ ਵਾਂਗ ਹੀ ਸੀ। ਮੇਰੀ ਜ਼ਿੰਦਗੀ ਘਸੜ ਰਹੀ ਸੀ, ਮੇਰੀ ਕਮਾਈ ਔਸਤ ਸੀ, ਪਰ ਇਹ ਆਦਰਸ਼ ਨਹੀਂ ਸੀ। ਸਾਡਾ ਘਰ ਵੀ ਬਹੁਤ ਛੋਟਾ ਸੀ ਅਤੇ ਸਾਡੇ ਕੋਲ ਸਾਡੀਆਂ ਮਨਪਸੰਦ ਚੀਜ਼ਾਂ ਖਰੀਦਣ ਲਈ ਪੈਸੇ ਵੀ ਨਹੀਂ ਸਨ। ਮੇਰੀ ਪਤਨੀ, ਰੱਬ ਉਹਦਾ ਭਲਾ ਕਰੇ, ਇਸ ਗੱਲ ਦੀ ਕੋਈ ਸ਼ਿਕਾਇਤ ਵੀ ਨਹੀਂ ਕਰਦੀ ਸੀ, ਪਰ ਉਸ ਦੇ ਚਿਹਰੇ 'ਤੇ ਇਹ ਸਾਫ਼ ਲਿਖਿਆ ਹੁੰਦਾ ਸੀ ਕਿ ਉਸਨੇ ਕਿਸਮ ਦੇ ਸਾਹਮਣੇ ਹਾਰ ਮੰਨ ਲਈ ਹੈ ਅਤੇ ਉਹ ਸੱਚਮੁੱਚ ਖੁਸ਼ ਨਹੀਂ ਹੈ। ਆਪਣੇ ਅੰਦਰ ਮੈਂ ਵੀ ਬਹੁਤ ਅਸੰਤੁਸ਼ਟ ਮਹਿਸੂਸ ਕਰ ਰਿਹਾ ਸੀ ਜਦੋਂ ਮੈਂ ਦੇਖਿਆ ਕਿ ਮੈਂ ਕਿਸ ਤਰ੍ਹਾਂ ਆਪਣੀ ਚੰਗੀ ਪਤਨੀ ਅਤੇ 2 ਬੱਚਿਆਂ ਨੂੰ ਆਦਰਸ਼ ਜੀਵਨ ਸ਼ੈਲੀ ਨਹੀਂ ਦੇ ਪਾ ਰਿਹਾ, ਤਾਂ ਮੈਨੂੰ ਅੰਦਰੋਂ ਹੀ ਅੰਦਰ ਬੜੀ ਬੁਰੀ ਤਰ੍ਹਾਂ ਸੱਟ ਵੱਜੀ। ਪਰ ਅੱਜ ਸਭ ਕੁਝ ਬਦਲ ਗਿਆ ਹੈ, ਮੇਰੇ ਉਸ ਮਿੱਤਰ ਨੇ ਕਿਹਾ। ਅੱਜ ਅਸੀਂ 2 ਏਕੜ ਦੇ ਪਲਾਟ 'ਤੇ ਬਣੇ ਹੋਏ ਆਪਣੇ ਸੁੰਦਰ ਘਰ ਵਿੱਚ ਰਹਿੰਦੇ ਹਾਂ, ਜਿਹੜਾ ਇੱਥੋਂ 200 ਮੀਲ ਦੂਰੀ 'ਤੇ ਹੈ। ਅੱਜ ਸਾਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਕਾਲਜ ਭੇਜ ਸਕਾਂਗੇ ਕਿ ਨਹੀਂ। ਅੱਜ ਮੇਰੀ ਪਤਨੀ ਜਦੋਂ ਨਵੇਂ ਕੱਪੜੇ ਖਰੀਦਦੀ ਹੈ ਤਾਂ ਉਸ ਨੂੰ ਇਹ ਨਹੀਂ ਲੱਗਦਾ ਕਿ ਉਹ ਕੋਈ ਗੁਨਾਹ ਕਰ ਰਹੀ ਹੈ। ਅਗਲੀਆਂ ਗਰਮੀਆਂ ਦੀਆਂ ਛੁੱਟੀਆਂ ਅਸੀਂ ਸਾਰੇ 1 ਮਹੀਨੇ ਦੀ ਛੁੱਟੀਆਂ ਮਨਾਉਣ ਯੂਰਪ ਜਾ ਰਹੇ ਹਾਂ। ਅਸੀਂ ਸੱਚਮੁੱਚ ਹੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਾਂ। ਇਸ ਤਰ੍ਹਾਂ ਸਭ ਕਿਵੇਂ ਹੋਇਆ? ਮੈਂ ਬੜਾ ਹੈਰਾਨੀਜਨਕ ਪੁੱਛਿਆ ਅਤੇ ਉਸਨੇ ਜਵਾਬ ਦਿੱਤਾ, ਤੁਸੀਂ ਅੱਜ ਸ਼ਾਮੀ ਇੱਕ ਗੱਲ ਕਹੀ ਸੀ, ਆਪਣੇ ਵਿਸ਼ਵਾਸ ਦੀ ਸ਼ਕਤੀ ਨੂੰ ਸੰਜੋਵੋ। ਮੈਂ ਉਹੀ ਕੀਤਾ ਅਤੇ ਨਤੀਜਾ ਤੁਹਾਡੇ ਸਾਹਮਣੇ ਹੈ। 5 ਸਾਲ ਪਹਿਲਾਂ ਮੈਂ ਡੈਟਰਾਇਟ ਦੀ ਇੱਕ ਟੂਲ ਐਂਡ ਡਾਈ ਕੰਪਨੀ ਬਾਰੇ ਸੁਣਿਆ। ਅਸੀਂ ਉਸ ਸਮੇਂ ਕਲੀਵਲੈਂਡ ਵਿੱਚ ਰਹਿੰਦੇ ਸੀ। ਮੈਂ ਨਿਰਣਾ ਲਿਆ ਕਿ ਕੋਸ਼ਿਸ਼ ਕਰਨ ਵਿੱਚ ਨੁਕਸਾਨ ਕੀ ਹੈ, ਸ਼ਾਇਦ ਉੱਥੋਂ ਥੋੜ੍ਹੀ ਬਹੁਤ ਜ਼ਿਆਦਾ ਤਨਖਾਹ ਹੀ ਮਿਲ ਜਾਏ। ਮੈਂ ਇੱਥੇ ਐਤਵਾਰ ਦੀ ਸ਼ਾਮ ਨੂੰ ਹੀ ਆ ਗਿਆ ਸੀ, ਜਦੋਂ ਕਿ ਇੰਟਰਵਿਊ ਸੋਮਵਾਰ ਨੂੰ ਸੀ। ਡਿਨਰ ਤੋਂ ਬਾਅਦ ਮੈਂ ਆਪਣੇ ਹੋਟਲ ਦੇ ਕਮਰੇ ਵਿੱਚ ਬੈਠਾ ਹੋਇਆ ਸੀ ਅਤੇ ਪਤਾ ਨਹੀਂ ਕਿਉਂ ਮੈਂ ਆਪਣੇ ਆਪ ਨੂੰ ਕੋਸਣ ਲੱਗਾ। ਆਖਰ ਕਿਉਂ, ਮੈਂ ਆਪਣੇ ਆਪ ਨੂੰ ਪੁੱਛਿਆ, ਆਖਰ ਕਿਉਂ ਮੈਂ ਇੱਕ ਅਸਫਲ ਇਨਸਾਨ ਵਾਂਗ ਮਿਡਲ ਕਲਾਸ ਦੀ ਦਲਦਲ ਵਿੱਚ ਫਸਿਆ ਹੋਇਆ ਹਾਂ। ਆਖਰ ਕਿਉਂ ਥੋੜ੍ਹੀ ਜ਼ਿਆਦਾ ਤਨਖਾਹ ਲਈ ਮੈਂ ਇੱਥੇ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਅੱਜ ਤਾਈਂ ਇਹ ਨਹੀਂ ਜਾਣ ਸਕਿਆ ਸੀ ਕਿ ਮੈਂ ਇਸ ਤਰ੍ਹਾਂ ਕਿਉਂ ਕੀਤਾ, ਪਰ ਇਸ ਦੇ ਬਾਅਦ ਮੈਂ ਹੋਟਲ ਦਾ ਨੋਟਪੈਡ ਲਿਆ। ਨੋਟਪੈਡ 'ਤੇ ਮੈਂ ਆਪਣੇ ਤੋਂ ਜ਼ਿਆਦਾ ਸਫਲ 5 ਲੋਕਾਂ ਦੇ ਨਾਂ ਲਿਖੇ, ਜਿਨ੍ਹਾਂ ਨੂੰ ਮੈਂ ਸਾਲਾਂ ਤੋਂ ਜਾਣਦਾ ਸੀ।
ਤੇ ਜਿਨ੍ਹਾਂ ਦੀ ਆਮਦਨ ਤੇ ਨੌਕਰੀ ਮੇਰੇ ਤੋਂ ਕਾਫੀ ਚੰਗੀ ਸੀ। ਦੋ ਤਾਂ ਮੇਰੇ ਪੁਰਾਣੇ ਗੁਆਂਢੀ ਸਨ ਜਿਹੜੇ ਹੁਣ ਇੱਕ ਪਾਸ਼ ਕਲੋਨੀ ਵਿੱਚ ਰਹਿੰਦੇ ਸਨ। ਦੋ ਲੋਕਾਂ ਲਈ ਮੈਂ ਪਹਿਲਾਂ ਕੰਮ ਕਰਿਆ ਕਰਦਾ ਸੀ ਤੇ ਉਹਨਾਂ 'ਚੋਂ ਇੱਕ ਤਾਂ ਮੇਰਾ ਰਿਸ਼ਤੇਦਾਰ ਹੀ ਸੀ। ਇਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਇਹ 5 ਮਿੱਤਰਾਂ ਵਿੱਚ ਇਹੋ ਜਿਹਾ ਕੀ ਹੈ ਜਿਹੜਾ ਮੇਰੇ ਕੋਲ ਨਹੀਂ ਹੈ। ਮੈਂ ਆਪਣੀ ਤੇ ਉਹਨਾਂ ਦੀ ਬੁੱਧੀ ਦੀ ਤੁਲਨਾ ਕੀਤੀ ਤੇ ਇਮਾਨਦਾਰੀ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਪਾਇਆ ਕਿ ਜਿੱਥੋਂ ਤੱਕ ਬੁੱਧੀ ਦਾ ਸਵਾਲ ਹੈ ਉਹ ਮੇਰੇ ਤੋਂ ਬੈਟਰ ਹਨ। ਜਿੱਥੋਂ ਤੱਕ ਬੁੱਧੀ ਦਾ ਸਵਾਲ ਹੈ ਉਹ ਮੇਰੇ ਤੋਂ ਬੈਟਰ ਨਹੀਂ ਹਨ, ਨਾ ਹੀ ਉਹ ਮੇਰੇ ਤੋਂ ਪੜ੍ਹਾਈ, ਚਰਿੱਤਰ ਜਾਂ ਵਿਅਕਤੀਗਤ ਆਦਤਾਂ ਵਿੱਚ ਚੰਗੇ ਸਨ। ਆਖਰਕਾਰ ਮੈਂ ਸਫਲਤਾ ਦੇ ਇੱਕ ਇਹੋ ਜਿਹੇ ਗੁਣ 'ਤੇ ਆਇਆ ਜਿਸ ਦੇ ਬਾਰੇ ਕਾਫੀ ਚਰਚਾਵਾਂ ਹੁੰਦੀਆਂ ਹਨ। ਪਹਿਲ ਕਰਨਾ ਮੈਨੂੰ ਇਹ ਮੰਨਣ ਵਿੱਚ ਕਾਫੀ ਪਰੇਸ਼ਾਨੀ ਹੋਈ, ਪਰ ਇਸ ਨੂੰ ਮੰਨਣ ਦੇ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ ਸੀ। ਇਸ ਮਾਮਲੇ ਵਿੱਚ ਮੇਰਾ ਰਿਕਾਰਡ ਉਹਨਾਂ ਦੀ ਤੁਲਨਾ ਵਿੱਚ ਕਾਫੀ ਥੱਲੇ ਸੀ। ਇਹ ਸਾਰਾ ਕੁਝ ਸੋਚਦੇ ਸਵੇਰ ਦੇ 3 ਵੱਜ ਗਏ, ਪਰ ਮੇਰਾ ਦਿਮਾਗ ਬੜਾ ਸਪਸ਼ਟ ਸੋਚ ਰਿਹਾ ਸੀ। ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਆਪਣੀਆਂ ਕਮਜ਼ੋਰੀਆਂ ਨੂੰ ਦੇਖ ਪਾ ਰਿਹਾ ਸੀ। ਮੈਂ ਪਾਇਆ ਕਿ ਇਸੇ ਚੀਜ਼ ਦੇ ਕਾਰਨ ਮੈਂ ਜ਼ਿੰਦਗੀ ਵਿੱਚ ਇੰਨਾ ਪਿੱਛੇ ਰਹਿ ਗਿਆ। ਮੈਂ ਆਪਣੇ ਨਾਲ ਸਹਾਰੇ ਖਾਤਰ ਹਮੇਸ਼ਾ ਇੱਕ ਛੋਟੀ ਜਿਹੀ ਸੋਟੀ ਰੱਖੀ ਸੀ। ਮੈਂ ਆਪਣੇ ਅੰਦਰ ਜਿੰਨੀ ਡੂੰਘਾਈ ਤੱਕ ਜਾਣਾ ਚਾਹੁੰਦਾ ਸੀ ਉਨੀ ਡੂੰਘਾਈ ਤੱਕ ਗਿਆ, ਤੇ ਉਸ ਡੂੰਘਾਈ ਵਿੱਚ ਜਾਂਦਾ ਜਾਂਦਾ ਮੈਂ ਇਹ ਪਾਇਆ ਕਿ ਮੈਂ ਇਸ ਲਈ ਪਹਿਲ ਨਹੀਂ ਕਰਦਾ ਸੀ ਕਿਉਂਕਿ ਮੈਨੂੰ ਅੰਦਰੋਂ ਇਹ ਭਰੋਸਾ ਹੀ ਨਹੀਂ ਹੁੰਦਾ ਸੀ ਕਿ ਮੈਂ ਇਸ ਤਰ੍ਹਾਂ ਕਰ ਸਕਦਾ ਹਾਂ, ਕਿ ਮੈਂ ਸੱਚਮੁੱਚ ਹੀ ਇਸ ਕਰਨ ਦੇ ਲਾਇਕ ਹਾਂ। ਸਾਰੀ ਰਾਤ ਮੈਂ ਇਹੀ ਸੋਚਦਾ ਰਿਹਾ ਕਿ ਆਤਮ ਵਿਸ਼ਵਾਸ ਦੀ ਘਾਟ ਕਰਕੇ ਹੀ ਮੈਂ ਆਪਣੇ ਦਿਮਾਗ ਨੂੰ ਆਪਣਾ ਵਿਰੋਧੀ ਬਣਾ ਲਿਆ ਹੈ। ਮੈਂ ਪਾਇਆ ਕਿ ਮੈਂ ਆਪਣੇ ਆਪ ਨੂੰ ਇਹੀ ਦੱਸਦਾ ਸੀ ਕਿ ਮੈਂ ਅੱਗੇ ਕਿਉਂ ਵਧ ਨਹੀਂ ਸਕਦਾ, ਜਦੋਂ ਕਿ ਮੈਨੂੰ ਆਪਣੇ ਆਪ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਮੈਨੂੰ ਅੱਗੇ ਕਿਉਂ ਵਧਣਾ ਚਾਹੀਦਾ ਹੈ। ਮੈਂ ਆਪਣੇ ਆਪ ਨੂੰ ਸਸਤੇ ਵਿੱਚ ਵੇਚ ਰਿਹਾ ਸੀ। ਆਪਣੀ ਨਜ਼ਰਾਂ ਵਿੱਚ ਡਿੱਗੇ ਹੋਣ ਕਰਕੇ ਮੈਂ ਲੋਕਾਂ ਦੀ ਨਜ਼ਰਾਂ ਵਿੱਚ ਡਿੱਗਿਆ ਹੋਇਆ ਸੀ। ਇਹ ਮੇਰੀ ਹਰ ਗੱਲ ਵਿੱਚ ਸਪਸ਼ਟ ਰੂਪ ਤੋਂ ਦਿਖ ਰਿਹਾ ਸੀ। ਉਸੇ ਵੇਲੇ ਹੀ ਮੈਨੂੰ ਇਹ ਸਮਝ ਆਇਆ ਕਿ ਜਦੋਂ ਤੱਕ ਮੈਂ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਕਰਾਂਗਾ ਉਦੋਂ ਤੱਕ ਮੇਰੇ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਕਰੂਗਾ। ਉਸੇ ਵਕਤ ਮੈਂ ਫੈਸਲਾ ਕੀਤਾ, ਹੁਣ ਸੈਕੰਡ ਕਲਾਸ ਵਾਲੀ ਜ਼ਿੰਦਗੀ ਖਤਮ। ਅੱਗੇ ਤੋਂ ਮੈਂ ਆਪਣੇ ਆਪ ਨੂੰ ਸਸਤੇ ਵਿੱਚ ਨਹੀਂ ਲਵਾਂਗਾ। ਅਗਲੀ ਸਵੇਰ ਵੀ ਮੇਰੇ ਅੰਦਰ ਉਹੀ ਆਤਮ ਵਿਸ਼ਵਾਸ ਸੀ। ਨੌਕਰੀ ਦੇ ਉਸ ਇੰਟਰਵਿਊ ਵਿੱਚ ਮੇਰੇ ਭਰੋਸੇ ਦਾ ਪਹਿਲਾ ਇਮਤਿਹਾਨ ਹੋਇਆ। ਇੰਟਰਵਿਊ ਲਈ ਆਪਣੇ ਘਰੋਂ ਚੱਲਦੇ ਹੋਏ ਮੈਂ ਸੋਚਿਆ ਕਿ ਹਿੰਮਤ ਕਰਕੇ ਆਪਣੀ ਮੌਜੂਦਾ ਨੌਕਰੀ ਤੋਂ $750 ਜਾਂ $1000 ਜ਼ਿਆਦਾ ਮੰਗ ਲਵਾਂਗਾ। ਪਰ ਹੁਣ ਜਦੋਂ ਮੈਂ ਜਾਣ ਗਿਆ ਸੀ ਕਿ ਮੈਂ ਇੱਕ ਕਾਬਲ ਆਦਮੀ ਹਾਂ, ਤਾਂ ਮੈਂ $3500 ਜ਼ਿਆਦਾ ਮੰਗੇ ਤੇ ਇਹ ਮੈਨੂੰ ਮਿਲੇ ਵੀ। ਮੈਂ ਆਪਣੇ ਆਪ ਨੂੰ ਮਹਿੰਗੇ ਭਾਅ ਵਿੱਚ ਇਸ ਕਰਕੇ ਵੇਚ ਪਾਇਆ ਕਿਉਂਕਿ ਸਾਰੀ ਰਾਤ ਚੱਲੇ ਲੰਮੇ ਵਿਸ਼ਲੇਸ਼ਣ ਤੋਂ ਬਾਅਦ ਮੈਂ ਇਹ ਜਾਣ ਗਿਆ ਸੀ ਕਿ ਮੇਰੇ ਅੰਦਰ ਇਹੋ ਜਿਹੇ ਗੁਣ ਹਨ ਜਿਨ੍ਹਾਂ ਨੂੰ ਮਹਿੰਗੇ ਦਾਮਾਂ 'ਤੇ ਵੇਚਿਆ ਜਾ ਸਕਦਾ ਹੈ। 2 ਸਾਲ ਵਿੱਚ ਹੀ ਮੇਰੀ ਗਿਣਤੀ ਇੱਕ ਸਫਲ ਬਿਜ਼ਨਸਮੈਨ ਦੇ ਰੂਪ ਵਿੱਚ ਹੋਣ ਲੱਗ ਪਈ। ਸਾਰੇ ਜਾਣ ਗਏ ਸੀ ਕਿ ਆਦਮੀ ਬਿਜ਼ਨਸ ਲਿਆ ਸਕਦਾ ਹੈ। ਫਿਰ ਮੰਦੀ ਦਾ ਦੌਰ ਆਇਆ। ਇਸ ਦੌਰ ਵਿੱਚ ਮੈਂ ਹੋਰ ਵੀ ਜ਼ਿਆਦਾ ਕੀਮਤੀ ਬਣ ਗਿਆ ਕਿਉਂਕਿ ਮੇਰੇ ਅੰਦਰ ਆਪਣੀ ਇੰਡਸਟਰੀ ਦੇ ਸਭ ਤੋਂ ਵਧੀਆ ਬਿਜ਼ਨਸ ਹਾਸਲ ਕਰਨ ਦੀ ਯੋਗਤਾ ਸੀ। ਕੰਪਨੀ ਦਾ ਪੁਨਰਗਠਨ ਹੋਇਆ ਤੇ ਮੈਨੂੰ ਬਹੁਤ ਜ਼ਿਆਦਾ ਤਨਖਾਹ ਮਿਲਣ ਲੱਗੀ ਅਤੇ ਇਸ ਤੋਂ ਇਲਾਵਾ ਕੰਪਨੀ ਦੇ ਕਾਫੀ ਸਾਰੇ ਸ਼ੇਅਰ ਵੀ ਮੈਨੂੰ ਮਿਲੇ। ਆਪਣੇ ਆਪ 'ਤੇ ਵਿਸ਼ਵਾਸ ਕਰੋ ਤਾਂ ਤੁਹਾਡੇ ਨਾਲ ਚੰਗੀਆਂ ਘਟਨਾਵਾਂ ਵਾਪਰਨ ਲੱਗ ਜਾਣਗੀਆਂ। ਤੁਹਾਡਾ ਦਿਮਾਗ ਵਿਚਾਰਾਂ ਦੀ ਫੈਕਟਰੀ ਹੈ। ਇਹ ਇੱਕ ਬਿਜ਼ੀ ਫੈਕਟਰੀ ਹੈ ਜਿਸ ਵਿੱਚ ਅਨਲਿਮਟਿਡ ਵਿਚਾਰਾਂ ਨੂੰ ਪੈਦਾ ਕੀਤਾ ਜਾਂਦਾ ਹੈ ਹਰ ਰੋਜ਼। ਤੁਹਾਡੇ ਵਿਚਾਰਾਂ ਦੀ ਇਸ ਫੈਕਟਰੀ ਅੰਦਰ ਪੈਦਾਵਾਰ ਦੇ ਇੰਚਾਰਜ 2 ਫੋਰਮੈਨ ਹਨ, ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਜਨਾਬ ਜੇਤੂ ਤੇ ਦੂਜੇ ਨੂੰ ਜਨਾਬ ਹਾਰੂ ਦਾ ਨਾਂ ਦੇਵਾਂਗੇ। ਜਨਾਬ ਜੇਤੂ ਸਕਾਰਾਤਮਕ ਵਿਚਾਰਾਂ ਦੇ ਨਿਰਮਾਣ ਦੇ ਇੰਚਾਰਜ ਹਨ। ਉਹਨਾਂ ਦੀ ਮੁਹਾਰਤ ਇਸ ਤਰ੍ਹਾਂ ਦੇ ਕਾਰਨ ਦੇਣ ਵਿੱਚ ਹੈ ਕਿ ਤੁਸੀਂ ਕਿਉਂ ਸਫਲ ਹੋ ਸਕਦੇ ਹੋ, ਤੁਹਾਡੇ ਵਿੱਚ ਇਸ ਕੰਮ ਦੀ ਕਾਬਲੀਅਤ ਕਿਉਂ ਹੈ ਤੇ ਤੁਸੀਂ ਇਸ ਵਿੱਚ ਸਫਲ ਕਿਉਂ ਹੋਵੋਗੇ।
ਦੂਜੇ ਫੋਰਮੈਨ ਜਨਾਬ ਹਾਰੂ ਨਕਾਰਾਤਮਕ ਕੰਮ ਤੋਂ ਜੀ ਚਰਾਊ ਦੇ ਵਿਚਾਰਾਂ ਨੂੰ ਪੈਦਾ ਕਰਦਾ ਹੈ। ਇਹ ਫੋਰਮੈਨ ਇਸ ਤਰ੍ਹਾਂ ਦੇ ਬਹਾਨੇ ਲੱਭਣ ਵਿੱਚ ਮਹਾਰਤ ਰੱਖਦਾ ਹੈ ਕਿ ਤੁਸੀਂ ਕੋਈ ਕੰਮ ਕਿਉਂ ਨਹੀਂ ਕਰ ਸਕਦੇ, ਕਿ ਤੁਸੀਂ ਕਿਉਂ ਕਮਜ਼ੋਰ ਹੋ, ਤੁਸੀਂ ਕਿਉਂ ਅਸਮਰੱਥ ਹੋ। ਉਸ ਦੀ ਮਹਾਰਤ ਇਸ ਤਰ੍ਹਾਂ ਦੇ ਵਿਚਾਰਾਂ ਦੀ ਲੜੀ ਲੱਭਣ ਵਿੱਚ ਹੈ ਕਿ ਤੁਸੀਂ ਅਸਫਲ ਕਿਉਂ ਹੋ ਜਾਓਗੇ। ਜਨਾਬ ਜੇਤੂ ਅਤੇ ਜਨਾਬ ਹਾਰੂ ਦੋਵੇਂ ਬੜੇ ਆਗਿਆਕਾਰੀ ਹੁੰਦੇ ਹਨ। ਇਹ ਤਾਂ ਇਹਨਾਂ ਵਿੱਚ ਸਿਮਿਲਰਿਟੀ ਹੈ। ਉਹ ਤੁਰੰਤ ਹੀ ਤੁਹਾਡੀ ਗੱਲ ਵੱਲ ਧਿਆਨ ਦੇਣਗੇ। ਤੁਹਾਨੂੰ ਦੋਨਾਂ ਵਿੱਚੋਂ ਕਿਸੇ ਵੀ ਫੋਰਮੈਨ ਨੂੰ ਦਿਮਾਗੀ ਤੌਰ 'ਤੇ ਸਿਰਫ ਇਸ਼ਾਰਾ ਕਰਨ ਦੀ ਲੋੜ ਹੈ। ਜੇਕਰ ਇਸ਼ਾਰਾ ਸਕਾਰਾਤਮਕ ਹੁੰਦਾ ਹੈ ਤੇ ਜਨਾਬ ਜੇਤੂ ਅੱਗੇ ਆ ਜਾਣਗੇ ਤੇ ਕੰਮ ਵਿੱਚ ਜੁਟ ਜਾਣਗੇ। ਇਸੇ ਤਰ੍ਹਾਂ ਜੇਕਰ ਇਸ਼ਾਰਾ ਨਕਾਰਾਤਮਕ ਤੌਰ 'ਤੇ ਹੁੰਦਾ ਹੈ ਤਾਂ ਜਨਾਬ ਹਾਰੂ ਐਕਟਿਵ ਹੋ ਜਾਣਗੇ। ਦੋਵੇਂ ਫੋਰਮੈਨ ਤੁਹਾਡੇ ਲਈ ਕਿਸ ਤਰ੍ਹਾਂ ਕੰਮ ਕਰਦੇ ਹਨ, ਇਸ ਨੂੰ ਤੁਸੀਂ ਅਜ਼ਮਾ ਕੇ ਵੇਖੋ। ਆਪਣੇ ਆਪ ਨੂੰ ਕਹੋ, ਅੱਜ ਦਾ ਦਿਨ ਬੜਾ ਬੁਰਾ ਯਾਰ। ਇਸ ਤੋਂ ਜਨਾਬ ਹਾਰੂ ਹਰਕਤ ਵਿੱਚ ਆ ਜਾਣਗੇ ਅਤੇ ਉਹ ਤੁਹਾਨੂੰ ਠੀਕ ਸਾਬਤ ਕਰਨ ਲਈ ਕੁਝ ਤੱਥਾਂ ਨੂੰ ਪੈਦਾ ਕਰਨਗੇ। ਉਹ ਤੁਹਾਨੂੰ ਇਹ ਸੁਝਾਅ ਦੇਣਗੇ ਕਿ ਮੌਸਮ ਜ਼ਿਆਦਾ ਗਰਮ ਹੈ ਜਾਂ ਜ਼ਿਆਦਾ ਠੰਡਾ। ਅੱਜ ਬਿਜ਼ਨਸ ਬੁਰਾ ਰਹੇਗਾ, ਵਿਕਰੀ ਘੱਟ ਹੋਵੇਗੀ, ਦੂਜੇ ਲੋਕ ਚਿੜਚਿੜੇ ਰਹਿਣਗੇ, ਤੁਸੀਂ ਬਿਮਾਰ ਪੈ ਸਕਦੇ ਹੋ। ਤੁਹਾਡੀ ਪਤਨੀ ਅੱਜ ਕਿਸੇ ਵੀ ਗੱਲ ਦਾ ਪਤੰਗੜ ਬਣਾ ਦੇਵੇਗੀ। ਜਨਾਬ ਹਾਰੂ ਬੇਹੱਦ ਸਮਰੱਥ ਹੁੰਦੇ ਹਨ। ਉਹ ਕੁਝ ਮਿੰਟਾਂ ਵਿੱਚ ਹੀ ਤੁਹਾਨੂੰ ਭਰੋਸਾ ਦਿਵਾ ਦਿੰਦੇ ਹਨ ਕਿ ਅੱਜ ਦਾ ਦਿਨ ਸੱਚਮੁੱਚ ਬੜਾ ਬੁਰਾ ਹੈ ਅਤੇ ਤੁਹਾਡਾ ਦਿਨ ਸੱਚਮੁੱਚ ਬੁਰਾ ਹੀ ਸਾਬਤ ਹੁੰਦਾ ਹੈ। ਇਸ ਲਈ ਤੁਸੀਂ ਆਪਣੇ ਆਪ ਨੂੰ ਕਹੋ, ਅੱਜ ਕਿੰਨਾ ਵਧੀਆ ਦਿਨ ਹੈ, ਅਤੇ ਤੁਰੰਤ ਹੀ ਜਨਾਬ ਜੇਤੂ ਹਰਕਤ ਵਿੱਚ ਆ ਜਾਣਗੇ। ਉਹ ਤੁਹਾਨੂੰ ਦੱਸਣਗੇ, ਅੱਜ ਸ਼ਾਨਦਾਰ ਮੌਸਮ ਹੈ, ਖੁਸ਼ੀ ਦਾ ਮਾਹੌਲ ਹੈ। ਅੱਜ ਤੁਸੀਂ ਜੋ ਵੀ ਕੰਮ ਕਰੋਗੇ ਉਹ ਵਧੀਆ ਹੋਵੇਗਾ ਅਤੇ ਤੁਸੀਂ ਨਿਸ਼ਚਿਤ ਤੌਰ 'ਤੇ ਸਫਲ ਹੋਵੋਗੇ ਅਤੇ ਤੁਹਾਡਾ ਉਹ ਦਿਨ ਸੱਚਮੁੱਚ ਬਹੁਤ ਵਧੀਆ ਗੁਜ਼ਰਦਾ ਹੈ। ਇਸੇ ਤਰ੍ਹਾਂ ਜਨਾਬ ਹਾਰੂ ਤੁਹਾਨੂੰ ਇਹ ਦੱਸਦੇ ਹਨ ਕਿ ਤੁਸੀਂ ਮਿਸਟਰ ਸਮਿਥ ਨੂੰ ਮਾਲ ਕਿਉਂ ਨਹੀਂ ਵੇਚ ਸਕਦੇ, ਜਦੋਂ ਕਿ ਜਨਾਬ ਜੇਤੂ ਤੁਹਾਨੂੰ ਇਹ ਦੱਸਦਾ ਹੈ ਕਿ ਤੁਸੀਂ ਮਿਸਟਰ ਸਮਿਥ ਨੂੰ ਮਾਲ ਕਿਸ ਤਰ੍ਹਾਂ ਵੇਚ ਸਕਦੇ ਹੋ। ਜਨਾਬ ਹਾਰੂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਤੁਸੀਂ ਅਸਫਲ ਹੋ ਜਾਓਗੇ, ਜਦੋਂ ਕਿ ਜਨਾਬ ਜੇਤੂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਤੁਸੀਂ ਕਿਉਂ ਸਫਲ ਹੋਵੋਗੇ। ਜਨਾਬ ਹਾਰੂ ਟਾਮ ਨੂੰ ਨਾਪਸੰਦ ਕਰਨ ਦੇ ਲਈ ਕਈ ਕਾਰਨ ਗਿਣਾ ਦੇਣਗੇ, ਜਦੋਂ ਕਿ ਜਨਾਬ ਜੇਤੂ ਟਾਮ ਨੂੰ ਪਸੰਦ ਕਰਨ ਦੇ ਕਈ ਕਾਰਨ ਗਿਣਾ ਦੇਣਗੇ। ਤੁਸੀਂ ਇਹਨਾਂ ਦੋਨਾਂ ਫੋਰਮੈਨਾਂ ਵਿੱਚੋਂ ਸਭ ਤੋਂ ਵੱਧ ਕਿਸ ਨੂੰ ਪਸੰਦ ਕਰਦੇ ਹੋ? ਜਿਸ ਨੂੰ ਤੁਸੀਂ ਪਸੰਦ ਕਰੋਗੇ ਉਸ ਨੇ ਤੁਹਾਨੂੰ ਤਾਕਤਵਰ ਬਣਾ ਦੇਣਾ। ਸਿਆਣਪ ਇਸੇ ਵਿੱਚ ਹੈ ਕਿ ਤੁਸੀਂ ਜਨਾਬ ਹਾਰੂ ਨੂੰ ਫੌਰਨ ਨੌਕਰੀ ਤੋਂ ਕੱਢ ਦਿਓ, ਕਿਉਂਕਿ ਤੁਹਾਨੂੰ ਉਹਨਾਂ ਦੀ ਲੋੜ ਹੀ ਹੈ ਨਹੀਂ। ਤੁਹਾਨੂੰ ਉਹਨਾਂ ਦੀ ਸਲਾਹ ਦੀ ਲੋੜ ਹੈ ਕਿ ਤੁਸੀਂ ਕੋਈ ਕੰਮ ਕਿਉਂ ਨਹੀਂ ਕਰ ਪਾਉਂਦੇ, ਤੁਸੀਂ ਕਿਉਂ ਅਸਮਰੱਥ ਹੋ ਅਤੇ ਤੁਸੀਂ ਕਿਉਂ ਅਸਫਲ ਹੋ ਜਾਵੋਗੇ ਆਦਿ। ਜਿੱਥੇ ਤੁਸੀਂ ਪਹੁੰਚਣਾ ਚਾਹੁੰਦੇ ਹੋ ਉੱਥੇ ਪਹੁੰਚਣ ਲਈ ਜਨਾਬ ਹਾਰੂ ਤੁਹਾਡੀ ਕੋਈ ਸਹਾਇਤਾ ਕਰ ਹੀ ਨਹੀਂ ਸਕਦੇ। ਇਸ ਲਈ ਜਨਾਬ ਹਾਰੂ ਨੂੰ ਤੁਸੀਂ ਧੱਕੇ ਮਾਰ ਕੇ ਆਪਣੇ ਦਿਮਾਗ ਦੀ ਫੈਕਟਰੀ 'ਚੋਂ ਬਾਹਰ ਕੱਢੋ। ਸਾਰਾ ਸਮਾਂ ਜਨਾਬ ਜੇਤੂ ਤੋਂ ਹੀ ਕੰਮ ਲਵੋ। ਜਦ ਵੀ ਤੁਹਾਡੇ ਦਿਮਾਗ ਵਿੱਚ ਕੋਈ ਵਿਚਾਰ ਆਵੇ ਤਾਂ ਜਨਾਬ ਜੇਤੂ ਨੂੰ ਹੀ ਉਹ ਕੰਮ ਕਰਨ ਲਈ ਸੌਂਪੋ। ਉਹ ਤੁਹਾਨੂੰ ਦੱਸਣਗੇ ਕਿ ਤੁਸੀਂ ਕਿਸ ਤਰ੍ਹਾਂ ਸਫਲ ਹੋ ਸਕਦੇ ਹੋ। ਅਗਲੇ 24 ਘੰਟਿਆਂ ਅੰਦਰ ਅਮਰੀਕਾ ਵਿੱਚ 1150 ਨਵੇਂ ਗ੍ਰਾਹਕ ਆ ਜਾਣਗੇ। ਜਨਸੰਖਿਆ ਬੜੀ ਤੇਜ਼ੀ ਨਾਲ ਵਧ ਰਹੀ ਹੈ। ਅਗਲੇ 10 ਸਾਲਾਂ ਵਿੱਚ 3.5 ਕਰੋੜ ਲੋਕਾਂ ਦੀ ਬੜ੍ਹੋਤਰੀ ਦੀ ਸੰਭਾਵਨਾ ਹੈ। ਇਸ ਦਾ ਅਰਥ ਹੈ ਕਿ 5 ਵੱਡੇ ਸ਼ਹਿਰਾਂ ਦੀ ਵਰਤਮਾਨ ਸੰਖਿਆ ਨਿਊਯਾਰਕ, ਸ਼ਿਕਾਗੋ, LA, ਡਿਟਰਾਇਟ ਐਂਡ ਫਿਲਾਡੈਲਫੀਆ। ਜਸਟ ਇਮੈਜਿਨ। ਨਵੇਂ ਉਦਯੋਗ, ਨਵੀਆਂ ਵਿਗਿਆਨਕ ਖੋਜਾਂ, ਵਧਦੇ ਹੋਏ ਬਾਜ਼ਾਰ, ਹਰ ਪਾਸੇ ਮੌਕੇ ਹੀ ਮੌਕੇ ਹਨ। ਇਹ ਚੰਗੀ ਖਬਰ ਹੈ। ਜ਼ਿੰਦਾ ਰਹਿਣ ਲਈ ਇਹ ਅਦਭੁਤ ਅਵਸਰ ਹੈ। ਹਰ ਖੇਤਰ ਵਿੱਚ ਇਹੋ ਜਿਹੇ ਮੌਕੇ ਬਿਖਰੇ ਪਏ ਹਨ ਜਿੱਥੇ ਸਿਖਰ 'ਤੇ ਪੁੱਜੇ ਲੋਕਾਂ ਦੀ ਮੰਗ ਹੈ। ਉਹਨਾਂ ਲੋਕਾਂ ਦੀ ਜਿਨ੍ਹਾਂ ਵਿੱਚ ਦੂਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਭ ਤੋਂ ਵੱਧ ਯੋਗਤਾ ਹੈ, ਜੋ ਦੂਜਿਆਂ ਨੂੰ ਗਾਈਡ ਕਰ ਸਕਦੇ ਹਨ, ਜੋ ਉਹਨਾਂ ਦੇ ਲੀਡਰ ਬਣ ਕੇ ਉਹਨਾਂ ਦੀ ਸੇਵਾ ਕਰ ਸਕਦੇ ਹਨ। ਅਤੇ ਜਿਹੜੇ ਲੋਕ ਇਹੋ ਜਿਹੇ ਲੀਡਰ ਬਣਨਗੇ ਉਹ ਸਾਡੇ ਅੱਜ ਦੇ ਨੌਜਵਾਨ ਹਨ ਜਾਂ ਨੌਜਵਾਨ ਹੋਣ ਵਾਲੇ ਹਨ। ਉਹਨਾਂ ਵਿੱਚੋਂ ਇੱਕ ਤੁਸੀਂ ਵੀ ਹੋ ਸਕਦੇ ਹੋ। ਆਰਥਿਕ ਵਿਵਸਥਾ ਵਿੱਚ ਉਛਾਲ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਨਿੱਜੀ ਰੂਪ ਤੋਂ
ਵੀ ਸਫਲ ਹੋ ਜਾਓਗੇ। ਦੇਖਿਆ ਜਾਵੇ ਤਾਂ ਅਮਰੀਕੀ ਅਰਥ ਵਿਵਸਥਾ ਵਿੱਚ ਤੇਜ਼ੀ ਹਮੇਸ਼ਾ ਹੀ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਲੱਖਾਂ ਕਰੋੜਾਂ ਲੋਕ ਸੰਘਰਸ਼ ਕਰਦੇ ਰਹਿੰਦੇ ਹਨ ਤੇ ਸਫਲ ਨਹੀਂ ਹੋ ਪਾਉਂਦੇ। ਜ਼ਿਆਦਾਤਰ ਲੋਕ ਔਸਤ ਜ਼ਿੰਦਗੀ ਦੀ ਦਲਦਲ ਦੇ ਵਿੱਚ ਹੀ ਫਸੇ ਰਹਿੰਦੇ ਹਨ ਤੇ ਪਿਛਲੇ ਦੇ ਦਹਾਕਿਆਂ ਲਗਾਤਾਰ ਚੱਲ ਰਹੇ ਰਿਕਾਰਡ ਮੌਕਿਆਂ ਦਾ ਲਾਭ ਨਹੀਂ ਉਠਾ ਪਾਉਂਦੇ ਅਤੇ ਆਉਣ ਵਾਲੇ ਚੰਗੇ ਸਮੇਂ ਵਿੱਚ ਵੀ ਜ਼ਿਆਦਾ ਲੋਕ ਚਿੰਤਾ ਹੀ ਕਰਦੇ ਰਹਿਣਗੇ ਤੇ ਡਰਦੇ ਹੀ ਰਹਿਣਗੇ। ਜ਼ਿੰਦਗੀ ਭਰ ਆਪਣੇ ਆਪ ਨੂੰ ਅਯੋਗ ਮੰਨਦੇ ਹੋਏ ਘਿਸੜਦੇ ਹੀ ਰਹਿਣਗੇ ਤੇ ਉਹ ਕੰਮ ਨਹੀਂ ਕਰ ਪਾਉਣਗੇ ਜਿਨ੍ਹਾਂ ਨੂੰ ਉਹ ਕਰਨਾ ਚਾਹੁੰਦੇ ਹਨ। ਇਸ ਦਾ ਨਤੀਜਾ ਇਹ ਹੋਵੇਗਾ ਕਿ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਬਦਲੇ ਘੱਟ ਤਨਖਾਹ ਹੀ ਮਿਲੇਗੀ। ਉਹਨਾਂ ਦੀਆਂ ਖੁਸ਼ੀਆਂ ਛੋਟੀਆਂ ਹੀ ਰਹਿਣਗੀਆਂ। ਜਿਹੜੇ ਲੋਕ ਮੌਕਿਆਂ ਦਾ ਭਰਪੂਰ ਫਾਇਦਾ ਉਠਾਉਂਦੇ ਹਨ ਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਉਹਨਾਂ ਲੋਕਾਂ ਵਿੱਚੋਂ ਇੱਕ ਹੋ ਸਕਦੇ ਹੋ, ਕਿਉਂਕਿ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਤੁਸੀਂ ਇਸ ਪੁਸਤਕ ਨੂੰ ਪੜ੍ਹਨ ਦੀ ਬਜਾਏ ਜਾਂ ਇਸ ਪੁਸਤਕ ਨੂੰ ਸੁਣਨ ਦੀ ਬਜਾਏ ਕਿਸਮਤ ਦੇ ਸਹਾਰੇ 'ਤੇ ਬੈਠੇ ਹੁੰਦੇ। ਉਹ ਇਹੋ ਜਿਹੇ ਸਮਝਦਾਰ ਲੋਕ ਹੋਣਗੇ ਜੋ ਇਹ ਸਿੱਖ ਲੈਣਗੇ ਕਿ ਸੋਚ ਵੱਡੀ ਹੋਣੀ ਚਾਹੀਦੀ ਹੈ ਅਤੇ ਇਸ ਵੱਡੀ ਸੋਚ ਦੇ ਸਹਾਰੇ ਆਪਣੇ ਆਪ ਨੂੰ ਸਫਲਤਾ ਦੇ ਰਾਹ ਉੱਤੇ ਕਿਸ ਤਰ੍ਹਾਂ ਲਿਜਾਇਆ ਜਾ ਸਕਦਾ ਹੈ। ਅੰਦਰ ਆ ਜਾਓ, ਸਫਲਤਾ ਦਾ ਦਰਵਾਜ਼ਾ ਅੱਜ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਖੁੱਲ੍ਹਿਆ ਹੋਇਆ ਹੈ। ਇਹ ਪੱਕਾ ਕਰ ਲਓ ਕਿ ਤੁਸੀਂ ਵੀ ਸਫਲ ਲੋਕਾਂ ਦੇ ਸਮੂਹ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਅਤੇ ਆਪਣੀ ਮਨਪਸੰਦ ਚੀਜ਼ ਹਾਸਲ ਕਰਨਾ ਚਾਹੁੰਦੇ ਹੋ। ਸਫਲਤਾ ਵੱਲ ਤੁਹਾਡਾ ਇਹ ਪਹਿਲਾ ਕਦਮ ਹੋਵੇਗਾ। ਇਹ ਇੱਕ ਬੁਨਿਆਦੀ ਕਦਮ ਹੈ। ਇਸ ਕਦਮ ਨੂੰ ਉਠਾਏ ਬਗੈਰ ਕੰਮ ਨਹੀਂ ਚੱਲੂਗਾ। ਪਹਿਲਾ ਕਦਮ ਆਪਣੇ ਆਪ 'ਤੇ ਵਿਸ਼ਵਾਸ ਕਰੋ ਕਿ ਤੁਸੀਂ ਸਫਲ ਹੋ ਸਕਦੇ ਹੋ। ਵਿਸ਼ਵਾਸ ਦੀ ਸ਼ਕਤੀ ਨੂੰ ਕਿਵੇਂ ਵਿਕਸਿਤ ਕਰੀਏ? ਸਫਲਤਾ ਦੀ ਗੱਲ ਸੋਚੋ। ਨੌਕਰੀ ਜਾਂ ਘਰ ਵਿੱਚ ਅਸਫਲਤਾ ਦੀ ਜਗ੍ਹਾ ਸਫਲਤਾ ਬਾਰੇ ਹੀ ਸੋਚੋ। ਜਦ ਤੁਹਾਡੇ ਸਾਹਮਣੇ ਕੋਈ ਮੁਸ਼ਕਲ ਹਾਲਾਤ ਆ ਜਾਣ ਤਾਂ ਸੋਚੋ ਮੈਂ ਜਿੱਤ ਜਾਵਾਂਗਾ, ਇਹ ਨਾ ਸੋਚੋ ਕਿ ਮੈਂ ਹਾਰ ਜਾਵਾਂਗਾ। ਜਦੋਂ ਤੁਸੀਂ ਕਿਸੇ ਨਾਲ ਮੁਕਾਬਲਾ ਕਰੋ ਤਾਂ ਸੋਚੋ ਮੈਂ ਸਰਵਸ਼੍ਰੇਸ਼ਠ ਹਾਂ, ਇਹ ਨਾ ਸੋਚੋ ਕਿ ਮੈਂ ਕਾਬਲ ਨਹੀਂ ਹਾਂ। ਜਦੋਂ ਮੌਕਾ ਨਜ਼ਰ ਆਵੇ ਤਾਂ ਇਹ ਸੋਚੋ ਮੈਂ ਇਹ ਕਰ ਸਕਦਾ ਹਾਂ, ਇਹ ਨਾ ਸੋਚੋ ਕਿ ਮੈਥੋਂ ਨਹੀਂ ਹੋਣਾ ਇਹ। ਆਪਣੀ ਚਿੰਤਨ ਦੀ ਪ੍ਰਕਿਰਿਆ 'ਤੇ ਇਸ ਵਿਚਾਰ ਨੂੰ ਹਾਵੀ ਨਾ ਹੋਣ ਦਿਓ, ਮੈਂ ਸਫਲ ਹੋ ਕੇ ਵਿਖਾਵਾਂਗਾ। ਸਫਲਤਾ ਬਾਰੇ ਸੋਚਣ ਨਾਲ ਤੁਹਾਡਾ ਦਿਮਾਗ ਇਹੋ ਜਿਹੀ ਯੋਜਨਾ ਬਣਾ ਲੈਂਦਾ ਹੈ ਜਿਸ ਨਾਲ ਤੁਹਾਨੂੰ ਸਫਲਤਾ ਮਿਲਦੀ ਹੈ। ਅਸਫਲਤਾ ਬਾਰੇ ਸੋਚਣ ਨਾਲ ਇਸ ਤੋਂ ਠੀਕ ਉਲਟਾ ਹੁੰਦਾ ਹੈ। ਅਸਫਲਤਾ ਬਾਰੇ ਸੋਚਣ ਨਾਲ ਤੁਹਾਡਾ ਦਿਮਾਗ ਇਹੋ ਜਿਹੇ ਵਿਚਾਰ ਸੋਚਦਾ ਹੈ ਜਿਸ ਨਾਲ ਤੁਹਾਡੇ ਹੱਥ ਅਸਫਲਤਾ ਹੀ ਲੱਗਦੀ ਹੈ। ਆਪਣੇ ਆਪ ਨੂੰ ਵਾਰ-ਵਾਰ ਯਾਦ ਦਿਲਾਓ ਕਿ ਤੁਸੀਂ ਜਿੰਨਾ ਸਮਝਦੇ ਹੋ ਤੁਸੀਂ ਉਸ ਤੋਂ ਕਿਤੇ ਵਧੀਆ ਹੋ। ਸਫਲ ਲੋਕ ਸੁਪਰਮੈਨ ਨਹੀਂ ਹੁੰਦੇ। ਸਫਲਤਾ ਲਈ ਸੁਪਰ ਇੰਟੈਲੈਕਟ ਦਾ ਹੋਣਾ ਲਾਜ਼ਮੀ ਨਹੀਂ ਹੈ। ਨਾ ਹੀ ਸਫਲਤਾ ਲਈ ਕਿਸੇ ਜਾਦੂਈ ਸ਼ਕਤੀ ਜਾਂ ਰਹੱਸਮਈ ਤੱਤਾਂ ਦੀ ਲੋੜ ਹੁੰਦੀ ਹੈ ਅਤੇ ਸਫਲਤਾ ਦਾ ਸੰਬੰਧ ਨਾਲ ਵੀ ਕੋਈ ਸੰਬੰਧ ਨਹੀਂ ਹੁੰਦਾ। ਸਫਲਤਾ ਦਾ ਕਿਸਮਤ ਦੇ ਨਾਲ ਵੀ ਕੋਈ ਸੰਬੰਧ ਨਹੀਂ ਹੁੰਦਾ। ਸਫਲ ਲੋਕ ਵੀ ਆਮ ਲੋਕ ਹੀ ਹੁੰਦੇ ਹਨ, ਪਰ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਆਪ 'ਤੇ ਪੂਰਾ ਵਿਸ਼ਵਾਸ ਹੁੰਦਾ ਹੈ, ਆਪਣੀ ਸਮਰੱਥਾ 'ਤੇ ਉਹਨਾਂ ਨੂੰ ਭਰੋਸਾ ਹੁੰਦਾ ਹੈ ਅਤੇ ਜੋ ਮੰਨਦੇ ਹਨ ਉਹ ਸਫਲ ਹੋ ਸਕਦੇ ਹਨ। ਕਦੀ ਵੀ ਆਪਣੇ ਆਪ ਨੂੰ ਸਸਤੇ ਵਿੱਚ ਨਾ ਵੇਚੋ। ਵੱਡੀ ਸੋਚ 'ਤੇ ਭਰੋਸਾ ਕਰੋ। ਤੁਹਾਡੀ ਸਫਲਤਾ ਦਾ ਆਕਾਰ ਕਿੰਨਾ ਵੱਡਾ ਹੋਵੇਗਾ ਇਹ ਤੁਹਾਡੇ ਭਰੋਸੇ ਦੇ ਆਕਾਰ ਦੇ ਅਨੁਸਾਰ ਤੈਅ ਕੀਤਾ ਗਿਆ ਹੈ। ਜੇਕਰ ਤੁਹਾਡੇ ਉਦੇਸ਼ ਛੋਟੇ ਹੋਣਗੇ ਤਾਂ ਤੁਹਾਡੀਆਂ ਉਪਲਬਧੀਆਂ ਵੀ ਛੋਟੀਆਂ ਹੋਣਗੀਆਂ। ਜੇਕਰ ਤੁਹਾਡੇ ਉਦੇਸ਼ ਵੱਡੇ ਹੋਣਗੇ ਤਾਂ ਤੁਹਾਡੀਆਂ ਸਫਲਤਾਵਾਂ ਵੀ ਵੱਡੀਆਂ ਹੋਣਗੀਆਂ। ਇੱਕ ਗੱਲ ਕਦੇ ਨਾ ਭੁੱਲੋ, ਵੱਡੇ ਵਿਚਾਰ ਅਤੇ ਵੱਡੀਆਂ ਯੋਜਨਾਵਾਂ ਆਮ ਕਰਕੇ ਛੋਟੇ ਵਿਚਾਰ ਅਤੇ ਛੋਟੀਆਂ ਯੋਜਨਾਵਾਂ ਤੋਂ ਸੌਖੀਆਂ ਹੁੰਦੀਆਂ ਹਨ। ਜਨਰਲ ਇਲੈਕਟ੍ਰਿਕ ਕੰਪਨੀ ਦੇ ਚੇਅਰਮੈਨ ਮਿਸਟਰ ਰਾਲਫ ਜੇ ਗਾਰਡੀਨਰ ਨੇ ਲੀਡਰਸ਼ਿਪ ਕਾਨਫਰੰਸ ਵਿੱਚ ਕਿਹਾ ਸੀ, ਜਿਹੜਾ ਲੀਡਰ ਬਣਨਾ ਚਾਹੁੰਦਾ ਉਸ ਨੂੰ ਆਪਣੀ ਆਪ 'ਤੇ ਵਿਕਾਸ ਦੀ ਯੋਜਨਾ ਬਣਾ ਲੈਣੀ ਚਾਹੀਦੀ ਹੈ ਅਤੇ ਇਸ ਸਫਲਤਾ ਲਈ ਦ੍ਰਿੜ ਨਿਸ਼ਚੇ ਕਰ ਲੈਣਾ ਚਾਹੀਦਾ ਹੈ। ਕੋਈ ਵੀ ਕਿਸੇ ਦੂਜੇ ਵਿਅਕਤੀ ਦੀ ਉੱਨਤੀ ਲਈ ਆਦੇਸ਼ ਨਹੀਂ ਦੇ ਸਕਦਾ। ਕੋਈ ਆਦਮੀ ਦੌੜ ਵਿੱਚ ਅੱਗੇ ਰਹੇਗਾ ਜਾਂ ਪਿੱਛੇ ਰਹਿ ਜਾਵੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸਦੀ ਤਿਆਰੀ ਕਿਸ ਤਰ੍ਹਾਂ ਦੀ ਹੈ।
ਇਹ ਇੱਕ ਇਹੋ ਜਿਹੀ ਚੀਜ਼ ਹੈ ਜਿਸ ਵਿੱਚ ਸਮਾਂ ਲੱਗਦਾ ਹੈ, ਮਿਹਨਤ ਲੱਗਦੀ ਹੈ ਅਤੇ ਇਸ ਵਿੱਚ ਤਿਆਗ ਦੀ ਵੀ ਲੋੜ ਪੈਂਦੀ ਹੈ। ਇਹ ਤੁਹਾਡੇ ਲਈ ਕੋਈ ਦੂਜਾ ਨਹੀਂ ਕਰ ਸਕਦਾ। ਮਿਸਟਰ ਕਾਰਡੀਨਰ ਦੀ ਸਲਾਹ ਵਿੱਚ ਦਮ ਤਾਂ ਹੈ ਅਤੇ ਇਹ ਪ੍ਰੈਕਟੀਕਲ ਰੂਪ ਵਿੱਚ ਵੀ ਸਹੀ ਹੈ। ਇਸ 'ਤੇ ਚੱਲੋ। ਜੋ ਲੋਕ ਬਿਜ਼ਨਸ ਮੈਨੇਜਮੈਂਟ, ਸੇਲਜ਼ ਲਾਈਨ, ਇੰਜੀਨੀਅਰਿੰਗ, ਧਾਰਮਿਕ ਸੰਸਥਾਵਾਂ, ਲਿਖਣ, ਐਕਟਿੰਗ ਅਤੇ ਦੂਜੇ ਖੇਤਰਾਂ ਵਿੱਚ ਸਿਖਰ 'ਤੇ ਪਹੁੰਚਦੇ ਹਨ, ਉਹ ਸਵੈ ਵਿਕਾਸ ਦੀ ਯੋਜਨਾ 'ਤੇ ਚੱਲ ਕੇ ਉੱਥੇ ਪਹੁੰਚ ਸਕਦੇ ਹਨ। ਕਿਸੇ ਵੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਤੇ ਇਹੀ ਇਸ ਪੁਸਤਕ ਦਾ ਮਨੋਰਥ ਵੀ ਹੈ। 3 ਗੱਲਾਂ ਹੋਣੀਆਂ ਚਾਹੀਦੀਆਂ ਹਨ। ਇਸ ਵਿੱਚ ਸਮੱਗਰੀ ਹੋਣੀ ਚਾਹੀਦੀ ਹੈ, ਮਤਲਬ ਕੀ ਕੀਤਾ ਜਾਵੇ। ਦੂਸਰੀ ਗੱਲ ਇਹ ਹੈ ਕਿ ਇਸ ਵਿੱਚ ਢੰਗ ਹੋਣਾ ਚਾਹੀਦਾ ਹੈ, ਮਤਲਬ ਕਿਵੇਂ ਕੀਤਾ ਜਾਵੇ। ਤੀਜੀ ਗੱਲ ਇਹ ਹੈ ਕਿ ਇਸ ਨੂੰ ਐਸਿਡ ਟੈਸਟ ਵਿੱਚ ਖਰਾ ਉਤਰਨਾ ਚਾਹੀਦਾ ਹੈ, ਮਤਲਬ ਇਸ ਨਾਲ ਨਤੀਜਾ ਮਿਲਣਾ ਚਾਹੀਦਾ ਹੈ। ਕੀ ਕੀਤਾ ਜਾਵੇ, ਇਸ ਬਾਰੇ ਸਫਲਤਾ ਦਾ ਤੁਹਾਡਾ ਨਿੱਜੀ ਟ੍ਰੇਨਿੰਗ ਪ੍ਰੋਗਰਾਮ, ਰਵੱਈਆ ਲੋਕਾਂ ਦੇ ਪ੍ਰਤੀ ਕਿਸ ਤਰ੍ਹਾਂ ਹੈ, ਉਹ ਤਕਨੀਕਾਂ ਦੇ ਉੱਪਰ ਡਿਪੈਂਡ ਕਰਦਾ ਹੈ। ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਸਫਲ ਬਣਾਉਂਦੇ ਹਨ, ਉਹ ਕਿਸ ਤਰ੍ਹਾਂ ਰੁਕਾਵਟਾਂ ਦਾ ਸਾਹਮਣਾ ਅਤੇ ਉਹਨਾਂ ਨੂੰ ਪਾਰ ਕਰਦੇ ਹਨ, ਉਹ ਕਿਸ ਤਰ੍ਹਾਂ ਦੂਜਿਆਂ ਤੋਂ ਸਨਮਾਨ ਹਾਸਲ ਕਰਦੇ ਹਨ। ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਨੂੰ ਆਮ ਲੋਕਾਂ ਨਾਲੋਂ ਨਿਖੇੜਦੀ ਹੈ। ਸਫਲ ਲੋਕ ਕਿਵੇਂ ਸੋਚਦੇ ਹਨ। ਸਵੈ ਵਿਕਾਸ ਕਿਸ ਤਰ੍ਹਾਂ ਕੀਤਾ ਜਾਵੇ। ਇਸ ਤੁਹਾਡੀ ਕਾਰਜ ਯੋਜਨਾ ਨੂੰ ਸਹੀ ਤਰੀਕੇ ਨਾਲ ਯੂਜ਼ ਕਰੇਗਾ। ਇਹ ਹਰ ਅਧਿਆਇ ਵਿੱਚ ਮਿਲੇਗਾ। ਇਸ ਨਾਲ ਕੰਮ ਨੂੰ ਦਿਸ਼ਾ ਮਿਲਦੀ ਹੈ। ਇਸ 'ਤੇ ਅਮਲ ਕਰੋ ਅਤੇ ਇਸ ਦੇ ਨਤੀਜਿਆਂ ਨੂੰ ਆਪਣੇ ਆਪ ਮਹਿਸੂਸ ਕਰੋ। ਅਤੇ ਇਸ ਪੁਸਤਕ ਵਿੱਚ ਇਸ ਟ੍ਰੇਨਿੰਗ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਭਾਵ ਨਤੀਜਿਆਂ 'ਤੇ ਵੀ ਧਿਆਨ ਦਿੱਤਾ ਗਿਆ ਹੈ, ਜਿਹੜੇ ਇੱਥੇ ਪ੍ਰੋਗਰਾਮ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਉਹਨਾਂ ਨੂੰ ਅਮਲ ਰੂਪ ਵਿੱਚ ਲਿਆਵੋ ਤਾਂ ਤੁਹਾਨੂੰ ਇਹੋ ਜਿਹੀ ਸਫਲਤਾ ਮਿਲੇਗੀ ਔਰ ਇੰਨੇ ਵੱਡੇ ਪੈਮਾਨੇ ਵਿੱਚ ਮਿਲੇਗੀ ਜਿਸ ਦੀ ਤੁਸੀਂ ਸੁਪਨੇ ਵਿੱਚ ਵੀ ਕਲਪਨਾ ਨਹੀਂ ਕੀਤੀ ਹੋਵੇਗੀ। ਸਫਲਤਾ ਦੇ ਤੁਹਾਡੇ ਨਿੱਜੀ ਟ੍ਰੇਨਿੰਗ ਪ੍ਰੋਗਰਾਮ ਵਿੱਚ ਤੁਹਾਨੂੰ ਕਈ ਫਾਇਦੇ ਹੋਣਗੇ। ਤੁਹਾਡਾ ਪਰਿਵਾਰ ਜ਼ਿਆਦਾ ਸਨਮਾਨ ਹਾਸਲ ਕਰੇਗਾ। ਤੁਹਾਡੇ ਮਿੱਤਰ ਅਤੇ ਸਹਿਯੋਗੀ ਤੁਹਾਡੀਆਂ ਸਿਫਤਾਂ ਕਰਨ ਲੱਗਣਗੇ। ਤੁਸੀਂ ਵਧੇਰੇ ਉਪਯੋਗੀ ਹੋਵੋਗੇ। ਤੁਹਾਡੇ ਕੋਲ ਸਟੇਟਸ ਵਧੀਆ ਹੋਵੇਗਾ। ਤੁਹਾਡੀ ਲੋਕਪ੍ਰਿਅਤਾ ਵਧੇਗੀ, ਜ਼ਿਆਦਾ ਤਨਖਾਹ ਹੋਵੇਗੀ ਅਤੇ ਤੁਸੀਂ ਇੱਕ ਚੰਗੀ ਲਾਈਫ ਸਟਾਈਲ ਦਾ ਆਨੰਦ ਲੈ ਪਾਓਗੇ। ਆਪਣੇ ਆਪ ਨੂੰ ਸਿਖਾਉਣ ਦਾ ਜ਼ਿੰਮਾ ਤੁਹਾਡਾ ਹੀ ਹੈ। ਕੋਈ ਦੂਜਾ ਬੰਦਾ ਤੁਹਾਡੇ ਸਿਰ 'ਤੇ ਖਲੋ ਕੇ ਤੁਹਾਨੂੰ ਇਹ ਨਹੀਂ ਦੱਸੇਗਾ ਕਿ ਤੁਸੀਂ ਕੀ ਕਰਨਾ ਹੈ ਅਤੇ ਕਿਸ ਤਰ੍ਹਾਂ ਕਰਨਾ ਹੈ। ਇਹ ਪੁਸਤਕ ਤੁਹਾਨੂੰ ਰਾਹ ਦਿਖਾਵੇਗੀ, ਪਰ ਕੇਵਲ ਤੁਸੀਂ ਹੀ ਆਪਣੇ ਆਪ ਨੂੰ ਸਮਝ ਸਕਦੇ ਹੋ। ਕੇਵਲ ਤੁਸੀਂ ਹੀ ਆਪਣੇ ਆਪ ਨੂੰ ਇਹ ਆਦੇਸ਼ ਦੇ ਸਕਦੇ ਹੋ ਕਿ ਤੁਸੀਂ ਇਸ ਪੁਸਤਕ ਵਿੱਚ ਦਿੱਤੇ ਹੋਏ ਸਿਧਾਂਤਾਂ 'ਤੇ ਚੱਲੋਗੇ। ਕੇਵਲ ਤੁਸੀਂ ਹੀ ਆਪਣੀ ਉੱਨਤੀ ਦਾ ਮੁਲਾਂਕਣ ਕਰ ਸਕਦੇ ਹੋ। ਜਦੋਂ ਵੀ ਤੁਸੀਂ ਆਪਣੇ ਰਾਹ ਤੋਂ ਥੋੜ੍ਹਾ ਜਿਹਾ ਭਟਕ ਜਾਓ ਤਾਂ ਕੇਵਲ ਤੁਸੀਂ ਹੀ ਆਪਣੀ ਗਲਤੀ ਨੂੰ ਸੁਧਾਰ ਕੇ ਸਹੀ ਰਾਹ 'ਤੇ ਆ ਸਕਦੇ ਹੋ। 100 ਗੱਲਾਂ ਦੀ ਇੱਕ ਗੱਲ, ਤੁਹਾਨੂੰ ਹੀ ਆਪਣੇ ਆਪ ਨੂੰ ਇਸ ਕਾਬਲ ਬਣਾਉਣਾ ਹੈ ਅਤੇ ਤੁਸੀਂ ਵੱਡੀ ਤੋਂ ਵੱਡੀ ਸਫਲਤਾ ਹਾਸਲ ਕਰ ਸਕੋਗੇ। ਤੁਹਾਡੇ ਕੋਲ ਪਹਿਲਾਂ ਹੀ ਇੱਕ ਇਹੋ ਜਿਹੀ ਪ੍ਰਯੋਗਸ਼ਾਲਾ ਹੈ ਜਿਸ ਵਿੱਚ ਤੁਸੀਂ ਕੰਮ 'ਤੇ ਅਧਿਐਨ ਕਰ ਸਕੇ ਹੋ। ਤੁਹਾਡੀ ਲੈਬ ਤੁਹਾਡੇ ਨੇੜੇ ਤੇੜੇ ਹੀ ਹੈ। ਤੁਹਾਡੀ ਲੈਬ ਵਿੱਚ ਇਨਸਾਨ ਰਹਿੰਦੇ ਹਨ। ਇਸ ਲੈਬ ਵਿੱਚ ਮਾਨਵੀ ਕਾਰਜਾਂ ਦੇ ਹਰ ਤਰ੍ਹਾਂ ਦੇ ਉਦਾਹਰਣ ਮੌਜੂਦ ਹਨ। ਜੇਕਰ ਤੁਸੀਂ ਆਪਣੀ ਇਸ ਲੈਬ ਵਿੱਚ ਆਪਣੇ ਆਪ ਨੂੰ ਇੱਕ ਵਿਗਿਆਨਕ ਸਮਝ ਲਓ ਤਾਂ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਕੁਝ ਖਰੀਦਣਾ ਨਹੀਂ ਪੈਂਦਾ। ਇਸ ਦਾ ਕੋਈ ਕਿਰਾਇਆ ਨਹੀਂ ਦੇਣਾ ਪੈਂਦਾ। ਇੱਥੇ ਕਿਸੇ ਤਰ੍ਹਾਂ ਦੀ ਫੀਸ ਵੀ ਨਹੀਂ ਲੱਗਦੀ। ਤੁਸੀਂ ਇਸ ਲੈਬ ਦਾ ਇਸਤੇਮਾਲ ਮੁਫਤ ਵਿੱਚ ਕਰ ਸਕਦੇ ਹੋ। ਆਪਣੀ ਲੈਬ ਦੇ ਡਾਇਰੈਕਟਰ ਦੇ ਰੂਪ ਵਿੱਚ ਤੁਹਾਨੂੰ ਉਹੀ ਕਰਨਾ ਪਵੇਗਾ ਜੋ ਹਰ ਵਿਗਿਆਨਕ ਕਰਦਾ ਹੈ। ਜੀ ਦੋਸਤੋ, ਇਹ ਸੀ ਸਾਡਾ ਪਹਿਲਾ ਚੈਪਟਰ। ਆਸ ਕਰਦਾ ਹਾਂ ਕਿ ਤੁਹਾਨੂੰ ਪਹਿਲਾ ਚੈਪਟਰ ਪਸੰਦ ਆਇਆ ਹੋਊਗਾ ਅਤੇ ਬਹੁਤ ਜਲਦੀ ਪੰਜਾਬੀ ਲਿਸਨਰ ਦੇ ਵਿੱਚ ਆਪਾਂ ਦੂਸਰਾ ਚੈਪਟਰ ਲੈ ਕੇ ਆਵਾਂਗੇ। ਤੁਹਾਡਾ ਤਾਂ ਮੇਰਾ ਸਭ ਦਾ ਰੱਬ ਰਾਖਾ। ਥੈਂਕ ਯੂ ਫॉर ਲਿਸਨਿੰਗ।